ਕਈਆਂ ਨੂੰ ਤਕਲੀਫ ਐਸਿਡ ਦੀ ਹੁੰਦੀ, ਉਹ ਕਹਿੰਦੇ ਮੈਨੂੰ ਗੈਸ ਬਣਦੀ ਹੈ, ਮੈਨੂੰ ਗੈਸ ਬਹੁਤ ਹੁੰਦੀ ਹੈ, ਤੇ ਫਿਰ ਮੈਨੂੰ ਸਪੈਸੀਫਿਕਲੀ ਪੁੱਛਣਾ ਪੈਂਦਾ ਹੈ। ਪਰ ਜ਼ਿਆਦਾਤਰ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ ਐਸਿਡ ਤੋਂ ਹੁੰਦੀ ਹੈ। ਇਸ ਕਰਕੇ ਹੁੰਦੀ ਹੈ ਕਿ ਇਹਦਾ ਡਾਇਰੈਕਟ ਰਿਲੇਸ਼ਨ ਹੈ ਸਾਡੇ ਖਾਣੇ ਪੀਣੇ ਦੇ ਨਾਲ। ਜੇ ਪੀਜ਼ਾ ਖਾ ਲਈ ਤਾਂ ਪੀਜ਼ੇ ਨਾਲ ਜੇ ਕੋਕ ਲੈ ਲੈਣੇ ਆ, ਇਹ ਬਹੁਤ ਡੈਡਲੀ ਕੰਬੀਨੇਸ਼ਨ ਕਵਾਂਗੀ। ਇਹ ਕੰਬੀਨੇਸ਼ਨ ਠੀਕ ਨਹੀਂ ਹੈ। ਮੇਰਾ ਖਿਆਲ ਹੈ ਕਿ ਮੋਸਟਲੀ 90% ਲੋਕ ਇਹੀ ਕੰਬੀਨੇਸ਼ਨ ਲੈ ਕੇ ਫਿਰਦੇ ਪਏ ਤੇ 90% ਲੋਕਾਂ ਨੂੰ ਐਸਿਡ ਬਣਦਾ ਵੀ ਹੈ ਕਿ ਜਿਹੜੇ ਡਾਇਬਟੀਜ਼ ਵਾਲੇ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਐਸਿਡ ਜ਼ਿਆਦਾ ਬਣਦਾ ਹੈ, ਉਹਨਾਂ ਨੂੰ ਜ਼ਿਆਦਾ ਆਪਣਾ ਖਿਆਲ ਰੱਖਣਾ ਚਾਹੀਦਾ। ਥਾਇਰਾਇਡ ਵਾਲੇ ਪੇਸ਼ੈਂਟ ਜਿਹੜੇ ਨੇ ਇਹਨਾਂ ਨੂੰ ਵੀ, ਜਾਂ ਜਿਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ, ਤੇ ਕਈਆਂ ਦੇ ਜੀਭ ਜਿਹੜੀ ਚਿੱਟਾ ਜੰਮਿਆ ਹੁੰਦਾ ਹੈ, ਜਾਂ ਕਈਆਂ ਦੇ ਜੀਭ ਦੇ ਉੱਤੇ ਕੱਟ ਲੱਗੇ ਹੁੰਦੇ ਨੇ, ਸਭ ਇੰਡੀਕੇਸ਼ਨ ਦਿੰਦੇ ਆ ਕਿ ਮੇਰੇ ਅੰਦਰ ਸੋਜਾ ਬਣਦਾ ਪਿਆ ਹੈ, ਮੇਰੇ ਦੀਆਂ ਕੁਝ ਐਲਰਜੀਜ਼ ਹੁੰਦੀ ਪਈਆਂ ਨੇ, ਜਾਂ ਮੇਰੇ ਅੰਦਰ ਇਨਫੈਕਸ਼ਨ ਹੁੰਦੀ ਪਈ ਹੈ ਅਗਰ ਚਿੱਟਾ ਜੰਮਦਾ ਹੈ। ਕਿਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਜਿਹੜੀ ਤੁਹਾਡੀ ਸੈਮੀਨਾਰ ਹੈਗਾ ਉਹਨੂੰ ਜੁਆਇਨ ਕਰ ਸਕਦੇ ਨੇ? ਜਿਹੜੇ ਵੀ ਸਮਝ ਸਕਦੇ ਨੇ, ਜਿਸ ਤਰ੍ਹਾਂ ਪੰਜਾਬੀ ਲੈਂਗੁਏਜ ਸਮਝ ਸਕਦੇ ਨੇ, ਉਹ ਪਾਰਟਿਸਿਪੇਟ ਕਰ ਸਕਦੇ ਨੇ। ਤੇ ਜਿਹੜੇ ਬੱਚੇ ਨੇ 10 ਸਾਲ ਕੋਲੋਂ ਵੱਡੇ ਹੋਣ ਉਹ ਅਟੈਂਡ ਕਰ ਸਕਦੇ ਨੇ, ਬਜ਼ੁਰਗ ਵੀ ਅਟੈਂਡ ਕਰ ਸਕਦੇ ਨੇ, ਤੇ ਲੇਡੀਜ਼ ਜੈਂਟਸ ਕੋਈ ਵੀ ਕਰ ਸਕਦਾ। ਲੇਕਿਨ ਜਿਹੜੇ ਬਿਲਕੁਲ ਹਸਪੀਟਲਾਈਜ਼ ਹੋ ਕੇ ਆਏ ਹੁੰਦੇ, ਜਿਹਨਾਂ ਨੂੰ ਬਹੁਤ ਜ਼ਿਆਦਾ ਹੈਲਥ ਇਸ਼ੂਜ਼ ਹੁੰਦੇ, ਮੈਂ ਕਹਿੰਦੀ ਹਾਂ ਜੇ ਉੱਥੇ ਨਹੀਂ ਜ਼ਿਆਦਾ ਦੇਰ ਬੈਠ ਸਕਦੇ ਉਹ ਨਹੀਂ ਆਣ, ਬਾਕੀ ਸਭ ਕੋਈ ਆ ਸਕਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਆਸ ਕਰ ਰਹੇ ਹਾਂ ਤੁਸੀਂ ਠੀਕ ਠਾਕ, ਹੱਸਦੇ ਵਸਦੇ, ਖੁਸ਼ਬਾਸ਼ ਤੇ ਰਾਜ਼ੀਬਾਜ਼ੀ ਹੋਗੇ। ਤੇ ਮੈਂ ਤੁਹਾਡੇ ਨਾਲ ਪਰਵੀਨ ਮਸੂਦ ਇੱਕ ਬੜਾ ਹੀ ਵਧੀਆ ਜਿਹਾ ਇੰਟਰਵਿਊ ਲੈ ਕੇ, ਬੜੀ ਹੀ ਵਧੀਆ ਗੱਲਬਾਤ ਲੈ ਕੇ, ਜਿਹੜੀ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਕਰੇਗੀ। ਕਿਉਂਕਿ ਸਾਡੇ ਨਾਲ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀਦੀ, ਇੰਟਰਵਿਊਜ਼ ਵਗੈਰਾ ਕਰੀਦੇ ਨੇ, ਉਹਨਾਂ ਨਾਲ ਗੱਲਬਾਤ ਕਰੀਦੀ, ਪਰ ਜਿਹੜੇ ਲੋਕ ਸਾਡਾ ਫਾਇਦਾ ਸੋਚਦੇ ਨੇ, ਜਿਹੜੇ ਲੋਕ ਸਾਡਾ ਭਲਾ ਸੋਚਦੇ ਨੇ, ਮੇਰਾ ਖਿਆਲ ਹੈ ਕਿ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਜਾਣਕਾਰੀ 'ਚ ਤੁਹਾਡੀ 'ਚ ਵੀ ਵਾਧਾ ਹੁੰਦਾ ਹੈਗਾ। ਤੇ ਦੂਜਾ ਇਹ ਵੇ ਕਿ ਉਹ ਲੋਕ ਜਿਹੜੇ ਨੇ, ਕਿਉਂਕਿ ਜ਼ਾਹਰ ਹੈ ਉਹਨਾਂ ਦੀ ਰਿਸਰਚ ਹੁੰਦੀ ਹੈ, ਉਹਨਾਂ ਨੇ ਇੱਕ ਵੇਲਾ ਜਿਹੜਾ ਹੈ, ਆਪਣਾ ਟਾਈਮ ਜਿਹੜਾ ਦਿੱਤਾ ਹੁੰਦਾ ਆਪਣੀ ਰਿਸਰਚ ਨੂੰ, ਆਪਣੇ ਕੰਮਕਾਰ ਨੂੰ, ਤੇ ਪ੍ਰੋਫੈਸ਼ਨਲ ਬਣਨ ਦੇ ਵਿੱਚ ਉਹਨਾਂ ਦਾ ਬੜਾ ਹੱਥ ਹੁੰਦਾ ਹੈ। ਤੇ ਅਸੀਂ ਕਹਿ ਲਓ ਬਹੁਤੀ ਲੰਮੀ ਗੱਲਬਾਤ ਨਹੀਂ ਕਰਾਂਗੇ। ਪਹਿਲੇ ਅਸੀਂ ਤੁਹਾਡੀ ਕਹਿ ਲਓ ਕਿ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਡਾਕਟਰ ਨਿਸ਼ਾ ਡੋਗਰਾ ਹੋਰਾਂ ਨੂੰ, ਜਿਹੜੇ ਕਿ ਆਥਰ ਵੀ ਨੇ, ਰਿਸਰਚਰ ਵੀ ਨੇ ਜੈਨੇਟਿਕਲੀ। ਤੇ ਸਤਿ ਸ਼੍ਰੀ ਅਕਾਲ ਡਾਕਟਰ ਜੀ, ਕੀ ਹਾਲ ਚਾਲ ਹੈ ਤੁਹਾਡਾ? ਥੈਂਕ ਯੂ ਪ੍ਰਵੀਨ ਜੀ, ਮੇਰੀ ਇੰਟਰੋਡਕਸ਼ਨ ਦਾ, ਤੇ ਸਾਰਿਆਂ ਨੂੰ ਮੇਰੀ ਤਰਫ ਦਾ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲੇ ਤੇ ਮੈਨੂੰ ਇਹ ਹੁੰਦਾ ਹੈ ਕਿ ਤੁਸੀਂ, ਕਿਉਂਕਿ ਡਾਕਟਰ ਤੇ ਬਹੁਤ ਤਰ੍ਹਾਂ ਦੇ ਨੇ, ਮਤਲਬ ਕੋਈ ਡਿਫਰੈਂਟ ਸ਼ੋਬਿਆਂ ਦੇ ਵਿੱਚ ਨੇ, ਡਿਫਰੈਂਟ ਜਿਹੜਾ ਇਲਾਜ ਕਰਦੇ ਨੇ, ਹਰ ਤਰ੍ਹਾਂ ਦਾ ਆਪਣਾ ਆਪਣਾ ਇੱਕ ਰਿਸਰਚ ਵਰਕ ਹੈਗਾ ਉਹਨਾਂ ਦਾ। ਤੁਸੀਂ ਆਪਣੇ ਬਾਰੇ ਜਿਹੜੀ ਜਾਣਕਾਰੀ ਹੈਗੀ ਉਹ ਸਾਡੇ ਨਾਲ ਸਾਂਝੀ ਕਰੋ। ਦੇਖੋ, ਬੇਸਿਕਲੀ ਜਿਹੜਾ ਮੇਰਾ ਪ੍ਰੋਫੈਸ਼ਨ ਆ, ਮੈਂ PhD ਕੀਤੀ ਦੀ ਹੈ ਮੈਡੀਕਲ ਜੈਨੇਟਿਕਸ ਦੀ। ਤੇ ਜੈਨੇਟਿਕਸ ਦਾ ਹੁੰਦਾ ਕਿ ਮਤਲਬ ਜੀਨਸ ਦੀ ਸਟੱਡੀ ਕਰਨੀ, ਜਿਹੜੀ ਸਾਡੀ ਬਾਡੀ ਦੇ ਅੰਦਰ ਜਿਹੜੇ ਸੈੱਲ ਹੁੰਦੇ ਨੇ, ਸੈੱਲ ਦੇ ਅੰਦਰ ਜੀਨਸ ਹੁੰਦੇ ਨੇ, ਉਹ ਸਾਨੂੰ ਪੇਰੈਂਟਸ ਕੋਲੋਂ ਮਿਲਦੇ ਨੇ। ਤੇ ਅਸੀਂ ਜਿਹੜੀਆਂ ਵੀ ਤਕਲੀਫਾਂ ਹੁੰਦੀਆਂ, ਜਿੱਦਾਂ ਸਾਡੀ ਸ਼ਕਲਾਂ ਮਿਲਦੀਆਂ, ਆਦਤਾਂ ਮਿਲਦੀਆਂ, ਇੱਦਾਂ ਹੀ ਸਾਡੀ ਬਿਮਾਰੀਆਂ ਵੀ ਜੈਨੇਟਿਕਲੀ ਅੱਗੇ ਪਾਸ ਆਨ ਹੁੰਦੀਆਂ ਨੇ। ਤੇ ਉਹ ਮੈਂ ਉਹਦੀ ਮੁਹਾਰਤ ਹਾਸਲ ਕੀਤੀ ਹੈ, ਮੈਂ PhD ਉਹਦੇ 'ਚ ਕੀਤੀ ਹੈ। ਪਰ ਹਾਂ, ਮੈਂ ਕੈਲੀਫੋਰਨੀਆ ਤੋਂ ਮੈਂ ਜਿਹੜੀ ਡਿਗਰੀ ਕੀਤੀ ਦੀ ਹੈ ਉਹ ਹੈਲਥ ਕੇਅਰ ਮੈਨੇਜਮੈਂਟ ਦੀ ਡਿਗਰੀ ਵੀ ਕੀਤੀ ਹੈ, ਪੋਸਟ ਡਾਕਟਰ ਫੈਲੋਸ਼ਿਪ, ਅਲੱਗ-ਅਲੱਗ ਥਾਂ ਦੇ ਹਸਪੀਟਲ ਵਿੱਚ ਮੈਂ ਕੰਮ ਕੀਤਾ ਹੈ, ਰਿਸਰਚ ਕੀਤੀ ਹੈ, ਪੇਪਰ ਪਬਲਿਸ਼ ਕੀਤੇ। ਉਹਦੇ ਬਾਅਦ ਫਿਰ ਮੈਂ ਕਾਫੀ 2008 ਤੋਂ ਅਸੀਂ ਕੈਲੀਫੋਰਨੀਆ ਵਿੱਚ ਲਗਾਤਾਰ ਸੈਮੀਨਾਰ ਦਿੰਦੇ ਆ ਰਹੇ ਹਾਂ। ਔਰ ਇੱਕ ਸਾਡੀ ਆਰਗੇਨਾਈਜੇਸ਼ਨ ਹੈ ਜਿਹੜੀ ਅਸੀਂ ਕਹਿੰਦੇ ਹਾਂ ਪ੍ਰੀਵੈਂਟਿਵ ਹੈਲਥ ਕੇਅਰ, ਜਿਹਦੇ ਰਾਹੀਂ ਕਿ ਅਸੀਂ ਇਹ ਦੱਸਦੇ ਹਾਂ ਕਿ ਇਹ ਬਿਮਾਰੀਆਂ ਕੀ ਹੁੰਦੀਆਂ ਨੇ, ਕਿਸ ਤਰ੍ਹਾਂ ਸਾਡੇ ਸਰੀਰ 'ਚ ਆਉਂਦੀਆਂ ਨੇ, ਜਾਂ ਬਿਮਾਰੀਆਂ ਦੀ ਅਸੀਂ ਪੰਜਾਬੀ 'ਚ ਕਹਿੰਦੇ ਬਿਮਾਰੀ ਦੀ ਜੜ ਕੀ ਹੈ, ਕਿ ਕੋਈ ਵੀ ਕਹਿੰਦਾ ਮੈਨੂੰ ਇਹ ਤਕਲੀਫ ਕਿਉਂ ਹੁੰਦੀ ਪਈ ਹੈ, ਤੇ ਉਹਦਾ ਫਿਰ ਅਸੀਂ ਜਵਾਬ ਦਿੰਦੇ ਹਾਂ ਕਿ ਹਾਂ ਜੀ ਇਹ ਤੁਹਾਨੂੰ ਤਕਲੀਫ ਇਸ ਕਰਕੇ ਹੁੰਦੀ ਪਈ ਹੈ। ਤੇ ਉਹਦਾ ਫਿਰ ਜੇ ਪਤਾ ਲੱਗ ਜਾਏ ਤਾਂ ਫਿਰ ਇਲਾਜ ਸੌਖਾ ਹੁੰਦਾ ਹੈ। ਸੋ ਮੇਰੀ ਪ੍ਰੀਵੈਂਟਿਵ ਹੈਲਥ ਕੇਅਰ ਜਿਹੜੀ ਹੈ ਆਰਗੇਨਾਈਜੇਸ਼ਨ ਹੈ, ਇਹਦਾ ਮੇਨ ਉਪਰਾਲਾ ਹੈ ਕਿ ਆਪਣੇ ਲੋਕੀ ਜਿੱਥੇ ਵੀ ਨੇ, ਚਾਹੇ USA 'ਚ ਨੇ, ਕੈਨੇਡਾ 'ਚ ਨੇ, ਆਸਟ੍ਰੇਲੀਆ ਨੇ, ਜਾਂ ਕਿਤੇ ਵੀ ਨੇ, ਉਹ ਜਿਹੜੇ ਨੇ ਉਹ ਪੰਜਾਬੀ ਜਿਹੜੀ ਲੈਂਗੁਏਜ ਹੈ ਉਹਦੇ ਨਾਲ ਜੁੜੇ ਹੋਏ ਨੇ। ਤੇ ਜੇ ਸਮਝ ਆਉਂਦੇ ਨੇ ਤੇ ਉਹਨਾਂ ਨੂੰ ਅਸੀਂ ਇਹ ਜਿਹੜਾ ਟਾਕ ਸ਼ੋ ਰਾਹੀਂ ਜਾਂ ਸੈਮੀਨਾਰ ਦੇ ਥਰੂ ਅਸੀਂ ਜਾਣਕਾਰੀ ਦਿੰਦੇ ਹਾਂ ਕਿ ਬਿਮਾਰੀਆਂ ਤੋਂ ਕਿੱਦਾਂ ਬਚਣਾ ਹੈ, ਤੇ ਕਿਹੜੇ-ਕਿਹੜੇ ਨੈਚੁਰਲ ਤਰੀਕੇ ਨੇ ਜਿਹਦੇ ਨਾਲ ਕਿ ਤੁਸੀਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਮੈਂ ਤੇ ਕਿਉਂਕਿ ਅਸੀਂ ਤੇ ਅਜੇ ਸ਼ੁਰੂਆਤ ਹੀ ਕੀਤੀ ਤੁਹਾਡੇ ਨਾਲ ਗੱਲਬਾਤ ਕਰਨ ਦੀ, ਤੇ ਮੇਰਾ ਖਿਆਲ ਹੈ ਕਿ ਅਸੀਂ ਸ਼ੁਰੂ ਤੇ ਹੀ ਇੱਕ ਵਾਰੀ ਜਿਹੜੇ ਸਰੋਤੇ ਨੇ ਉਹਨਾਂ ਨਾਲ ਸ਼ੇਅਰ ਕਰ ਦਈਏ ਕਿ ਤੁਸੀਂ ਪਹਿਲੇ ਵੀ ਮੈਂ ਇੱਕ ਵਾਰੀ ਇੰਟਰਵਿਊ ਕੀਤਾ ਹੈਗਾ, ਤੇ ਤੁਸੀਂ ਸੈਮੀਨਾਰਸ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਕਰਦੇ ਹੋ, ਜਿਹੜੇ ਸਾਡੇ ਕਹਿ ਲਓ ਕਿ ਉਹ ਲੋਕ ਜਿਹੜੇ ਨੇ, ਜਿੱਦਾਂ ਅਸੀਂ ਜਾਂਦੇ ਆ ਹੈਲਥ ਸੈਂਟਰ ਵਗੈਰਾ ਜਾਂਦੇ ਆ, ਤੇ ਉੱਥੇ ਕਈ ਵਾਰੀ ਅਸੀਂ ਕਮਿਊਨੀਕੇਟ ਹੀ ਨਹੀਂ ਕਰ ਪਾਉਂਦੇ, ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਆਪਣੀ ਗੱਲ ਜਿਹੜਾ ਅਗਲਾ ਡਾਕਟਰ ਹੈਗਾ ਉਹਦੇ ਤੱਕ ਕਿੰਨਾ ਕਨਵੇ ਕਰਨੀ ਹੈ, ਤੇ ਜਾਂ ਅਗਲਾ ਜਿਹੜਾ ਡਾਕਟਰ ਹੈਗਾ ਉਹਦੀ ਗੱਲ ਦੀ ਸਾਨੂੰ ਪੂਰੀ ਸਮਝ ਨਹੀਂ ਆਉਂਦੀ। ਇਹਦੇ ਵਾਸਤੇ ਮੇਰਾ ਖਿਆਲ ਹੈ ਕਿ ਤੁਸੀਂ ਬਹੁਤ ਵਧੀਆ ਜਿਹੜਾ ਆਪਣੀ ਕਮਿਊਨਿਟੀ ਵਾਸਤੇ ਪ੍ਰਬੰਧ ਕਰ ਰਹੇ ਹੋ, ਤੇ ਮੈਂ ਕਿਹਾ ਸੈਮੀਨਾਰ ਦੀ ਜਾਣਕਾਰੀ ਜਿਹੜੀ ਅਸੀਂ ਪਹਿਲੇ ਵੀ ਸ਼ੇਅਰ ਕਰ ਦਿੰਦੇ ਆ, ਤੇ ਫਿਰ ਜਾਂਦੇ ਜਾਂਦੇ ਵੀ ਅਸੀਂ ਇੱਕ ਵਾਰੀ ਫਿਰ ਸ਼ੇਅਰ ਕਰ ਦਾਂਗੇ। ਤੇ ਤੁਸੀਂ ਥੋੜਾ ਜਿਹਾ ਦੱਸ ਦਿਓ ਕਿ ਜੀ ਅਪਾਇੰਟਮੈਂਟ ਵਾਸਤੇ ਤੇ ਸੈਮੀਨਾਰ ਦੀ ਰਜਿਸਟ੍ਰੇਸ਼ਨ ਵਾਸਤੇ ਅਸੀਂ ਕੀ ਕਰ ਸਕਦੇ ਹਾਂ। ਇਸ ਤਰ੍ਹਾਂ ਹੈ ਕਿ ਜਿਹੜੇ ਸੈਮੀਨਾਰ ਅਸੀਂ ਲਗਾਤਾਰ ਕਰਦੇ ਰਹਿੰਦੇ ਹਾਂ, ਪਿੱਛੇ ਵੀ 2024 ਚ ਵੀ ਅਸੀਂ ਕਾਫੀ ਸੈਮੀਨਾਰ ਥਰੂ ਕੈਲੀਫੋਰਨੀਆ ਕੀਤੇ ਸੀ, ਤੇ ਇਹ ਜਿਹੜਾ ਹੁਣ 2025 ਦਾ ਜਿਹੜਾ ਅਸੀਂ ਪਹਿਲਾ ਸੈਮੀਨਾਰ ਜਿਹੜਾ ਕਰਦੇ ਪਏ ਹਾਂ ਕੈਲੀਫੋਰਨੀਆ ਚ, ਇਹ ਅਸੀਂ ਸੈਕਰਾਮੈਂਟੋ ਚ ਕਰਨਾ ਹੈ। ਇਹ 2025 ਦਾ ਮੈਂ ਕਹਾਂਗੀ ਅਸੀਂ ਮਾਰਚ ਦੇ ਫਸਟ ਵੀਕ ਚ ਸਟਾਰਟ ਕਰਨੇ ਨੇ, ਤੇ ਜਿਹੜੇ ਵੀ ਕੋਈ ਨੇੜੇ ਤੇੜੇ ਨੇ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਸੈਮੀਨਾਰ ਅਗਰ ਸੈਕਰਾਮੈਂਟੋ ਤੋਂ ਸੈਕਰਾਮੈਂਟੋ ਦੇ ਹੀ ਆ ਸਕਦੇ ਨੇ। ਮੈਂ ਦੇਖਿਆ ਕਿ ਕਾਫੀ ਦੂਰੋਂ ਵੀ ਲੋਕੀ ਘੰਟਾ 2 ਘੰਟੇ ਵੀ ਡਰਾਈਵ ਕਰਕੇ ਆ ਜਾਂਦੇ ਨੇ, ਇਵਨ ਕਿ ਐਲਏ ਦੇ ਵੀ ਕਾਫੀ ਦੇਖੇ ਮੈਂ ਜਿਹੜੇ ਉੱਥੇ ਤੱਕ ਪਹੁੰਚ ਜਾਂਦੇ ਨੇ। ਸੋ ਜਿਹੜੇ ਵੀ ਸੁਣਦੇ ਨੇ ਜਾਂ ਜਿਨ੍ਹਾਂ ਨੂੰ ਪਤਾ ਲੱਗਦਾ ਉਹ ਸੈਮੀਨਾਰ ਦਾ ਹਿੱਸਾ ਬਣ ਸਕਦੇ ਨੇ। ਤੇ ਉੱਥੇ ਇਹ ਹੁੰਦਾ ਕਿ 3 ਘੰਟੇ ਦਾ ਸੈਮੀਨਾਰ ਹੁੰਦਾ, ਉਹਦੇ ਚ ਕਾਫੀ ਸਾਰੀ ਜਾਣਕਾਰੀ ਹੁੰਦੀ ਹੈ। ਇੱਦਾਂ ਅਸੀਂ ਜਿੱਦਾਂ ਹੁਣ 15-20 ਮਿੰਟ ਵਿੱਚ ਤੇ ਜ਼ਿਆਦਾ ਨਹੀਂ ਦੱਸ ਸਕਦੇ, ਪਰ ਕਈਆਂ ਦੇ ਹੈਲਥ ਇਸ਼ੂਜ਼ ਵੀ ਜ਼ਿਆਦਾ ਹੁੰਦੇ ਨੇ, ਕਾਫੀ ਕੰਪਲਿਕੇਸ਼ਨਸ ਹੁੰਦੀਆਂ ਨੇ, ਔਰ ਕਾਫੀ ਸਾਰੇ ਵਿਚਾਰੇ ਦਵਾਈਆਂ ਵੀ ਲੈਂਦੇ ਨੇ, ਉਹਦੇ ਸਾਈਡ ਇਫੈਕਟ ਨਾਲ ਉਹ ਤਕਲੀਫਾਂ ਬਣਦੀਆਂ ਨੇ। ਤਾਂ ਇਸ ਕਰਕੇ ਅਸੀਂ ਇਹ ਸੈਮੀਨਾਰ ਰੱਖੇ ਨੇ ਕਿ ਅਸੀਂ ਉਹਨਾਂ ਦੇ ਨੇੜੇ ਜਾ ਕੇ ਉਹਨਾਂ ਦੇ ਨਾਲ 1-on-1 ਬੇਸਿਸ ਤੇ ਗੱਲਬਾਤ ਕਰ ਸਕੀਏ, ਤੇ ਉਹਨਾਂ ਦੇ ਜੋ ਵੀ ਦੁੱਖ ਤਕਲੀਫਾਂ ਨੇ ਉਹ ਉਹਨਾਂ ਦੇ ਸਮਾਧਾਨ ਕੀ ਹੋਣਗੇ ਵਧੀਆ, ਜਿਹੜੇ ਕਿ ਉਹਨਾਂ ਨੂੰ ਸਾਈਡ ਇਫੈਕਟ ਨਾ ਹੋਣ, ਪਰ ਉਹ ਦੁਬਾਰਾ ਮੁੜ ਕੇ ਆਪਣੀ ਇੱਕ ਵਧੀਆ ਜ਼ਿੰਦਗੀ ਜਿਹੜੀ ਦੁਬਾਰਾ ਜੀ ਸਕਣ। ਜੀ ਸਕਣ, ਬਿਲਕੁਲ ਜੀ। ਤੇ ਇਹ ਸਭ ਤੋਂ ਵਧੀਆ ਚੀਜ਼ ਇੱਥੇ ਇਹੀ ਹੈ ਕਿ ਅਸੀਂ ਆਪਣੀ ਜ਼ੁਬਾਨ ਦੇ ਵਿੱਚ ਕਮਿਊਨੀਕੇਟ ਕਰਕੇ ਇੱਕ ਚੀਜ਼ ਜਿਹੜੀ ਇੱਕ ਗੱਲ ਜਿਹੜੀ ਅਸੀਂ ਸ਼ੇਅਰ ਕਰ ਸਕਦੇ ਹਾਂ ਇੱਕ ਦੂਜੇ ਦੇ ਨਾਲ। ਤੇ ਇੱਥੇ ਮੈਂ ਹੁਣ ਜਿਹੜਾ ਤੁਹਾਡੀ ਸਪੈਸ਼ਲਿਟੀ ਹੈਗੀ, ਜਿਹੜੀ ਤੁਹਾਡੀ ਰਿਸਰਚ ਵਰਕ ਹੈਗੀ, ਉਹਦੇ ਬਾਰੇ ਚ ਹੁਣ ਮੈਂ ਕੋਈ ਕੁਐਸਚਨ ਜਿਹੜੇ ਨੇ ਉਹ ਮੈਂ ਜ਼ਾਹਿਰ ਥੋੜਾ ਰੈਡੀ ਕੀਤਾ ਸੀ, ਆਪਣੇ ਆਪ ਨੂੰ ਪ੍ਰਿਪੇਅਰ ਕੀਤਾ ਸੀ। ਤੇ ਤੁਸੀਂ ਐਸਿਡ ਰਿਫਲੈਕਸ ਦੇ ਬਾਰੇ ਦੇ ਵਿੱਚ ਸਾਨੂੰ ਜਾਣਕਾਰੀ ਦਿਓ ਕਿ ਇਹ ਕੀ ਬੁਲਾਇਆ। ਐਸਿਡ ਵਿੱਚ ਇਹ ਹੁੰਦਾ ਕਿ ਜਿਹੜਾ ਅਸੀਂ ਮੋਸਟਲੀ ਅਸੀਂ ਕਈ ਵਾਰੀ ਪਤਾ ਕਿ ਕਨਫਿਊਜ਼ਨ ਹੁੰਦਾ ਕਿ ਐਸਿਡ ਬਣਦਾ ਮੈਨੂੰ ਜਾਂ ਗੈਸ ਬਣਦੀ ਹੈ। ਕਿ ਕਈਆਂ ਨੂੰ ਤਕਲੀਫ ਐਸਿਡ ਦੀ ਹੁੰਦੀ, ਉਹ ਕਹਿੰਦੇ ਮੈਨੂੰ ਗੈਸ ਬਣਦੀ ਹੈ, ਮੈਨੂੰ ਗੈਸ ਬਹੁਤ ਹੁੰਦੀ ਹੈ, ਤੇ ਫਿਰ ਮੈਨੂੰ ਸਪੈਸੀਫਿਕਲੀ ਪੁੱਛਣਾ ਪੈਂਦਾ ਹੈ। ਪਰ ਜ਼ਿਆਦਾਤਰ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ ਐਸਿਡ ਤੋਂ ਹੁੰਦੀ ਹੈ। ਇਸ ਕਰਕੇ ਹੁੰਦੀ ਹੈ ਕਿ ਇਹਦਾ ਡਾਇਰੈਕਟ ਰਿਲੇਸ਼ਨ ਹੈ ਸਾਡੇ ਖਾਣੇ ਪੀਣੇ ਦੇ ਨਾਲ। ਠੀਕ ਹੈ। ਸਪੋਜ਼ ਅਸੀਂ ਜੋ ਵੀ ਕੁਝ ਖਾਧਾ ਹੈ, ਕਿਉਂਕਿ ਜਿਸ ਲਈ ਅਸੀਂ ਕੋਈ ਚੀਜ਼ ਖਾਂਦੇ ਹਾਂ ਤੇ ਜਿਹੜੀ ਸਾਡੇ ਸਰੀਰ ਨੂੰ ਪਸੰਦ ਆਉਂਦੀ ਹੈ ਅਸੀਂ ਉਹ ਖਾਂਦੇ ਹਾਂ। ਜਾਂ ਸਾਨੂੰ ਅੱਖਾਂ ਨੂੰ ਚੰਗੀ ਲੱਗਦੀ ਹੈ ਦੇਖਣ ਨੂੰ, ਜਾਂ ਸਵਾਦ ਜੀਭ ਨੂੰ ਚੰਗੀ ਲੱਗਦੀ ਹੈ, ਅਸੀਂ ਕਹਿੰਦੇ ਮੈਨੂੰ ਇਹ ਚੀਜ਼ਾਂ ਬੜੀਆਂ ਪਸੰਦ ਨੇ, ਤੇ ਅਸੀਂ ਉਹੀ ਖਾਂਦੇ ਹਾਂ। ਲੇਕਿਨ ਇਹ ਨਹੀਂ ਪਤਾ ਕਿ ਸਾਡੇ ਸਰੀਰ ਨੂੰ ਵੀ ਉਹ ਚੀਜ਼ਾਂ ਪਸੰਦ ਹੈ ਜਾਂ ਨਹੀਂ। ਤੇ ਇਹ ਜਾਣਨਾ ਵੀ ਬੜਾ ਜ਼ਰੂਰੀ ਹੈ। ਤੇ ਅਸੀਂ ਜਿਸ ਵੇਲੇ ਉਹ ਚੀਜ਼ਾਂ ਖਾਂਦੇ ਹਾਂ ਤੇ ਉਹ ਅੰਦਰ ਜਾ ਕੇ ਜੇ ਸਾਡੇ ਸਰੀਰ ਨੂੰ ਪਸੰਦ ਨਹੀਂ ਤੇ ਉਹ ਵੀ ਬਾਹਰ ਕੱਢਦਾ ਹੈ। ਇਹ ਇਦਾਂ ਹੀ ਹੈ ਜਿੱਦਾਂ ਅਸੀਂ ਬੱਚੇ ਕਿਸੇ ਨੂੰ ਕੋਈ ਮੂੰਹ 'ਚ ਕੋਈ ਚੀਜ਼ ਪਾਉਂਦੇ ਜਿਹਨੂੰ ਪਸੰਦ ਨਹੀਂ ਆਉਂਦੀ, ਥੁੱਕ ਕੇ ਬਾਹਰ ਸੁੱਟਦਾ ਹੈ। ਜ਼ਬਰਦਸਤੀ ਉਹ ਕਹਿੰਦਾ ਕਿ ਨਾ ਮੈਨੂੰ ਮੈਂ ਨਹੀਂ ਖਾਣੀ ਹੈਗੀ। ਇੰਡੀਕੇਸ਼ਨ ਹੁੰਦੀ ਹੈ। ਤੇ ਇਸ ਤਰ੍ਹਾਂ ਹੀ ਇਹ ਵੀ ਇੰਡੀਕੇਸ਼ਨ ਹੁੰਦੀ ਹੈ ਕਿ ਸਾਡਾ ਸਰੀਰ ਵੀ ਜਿਹੜਾ ਉਹ ਕਹਿੰਦਾ ਕਿ ਮੈਨੂੰ ਨਹੀਂ ਪਸੰਦ, ਤੇ ਉਹ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਕਈਆਂ ਨੂੰ ਜਿੱਦਾਂ ਮਨ ਕੱਚਾ ਹੁੰਦਾ, ਉਲਟੀ ਆਉਂਦੀ ਹੈ, ਜਾਂ ਕਈ ਨੂੰ ਰੇਸ਼ਾ ਜ਼ਿਆਦਾ ਬਣਦਾ ਹੈ, ਉਹ ਇਸ ਤਰ੍ਹਾਂ ਹੀ ਕਈਆਂ ਨੂੰ ਐਸਿਡ ਬਣਦਾ, ਤੇਜ਼ਾਬ ਬਣਦਾ, ਮਤਲਬ ਕਈਆਂ ਨੂੰ ਖੱਟਾ ਪਾਣੀ ਬਣਦਾ ਹੈ, ਤੇ ਕਈਆਂ ਨੂੰ ਖੱਟਾ ਪਾਣੀ ਬਣ ਕੇ ਕਈਆਂ ਨੂੰ ਗਲੇ ਤੱਕ ਉੱਪਰ ਤੱਕ ਵੀ ਆਉਂਦਾ ਹੈ, ਤੇ ਜਾਂ ਕਈਆਂ ਨੂੰ ਇੱਥੇ ਹਾਰਟ ਬਰਨ ਹੁੰਦਾ ਹੈ, ਸਾੜ ਜਿਹਾ ਪੈਂਦਾ ਹੈ, ਤੇ ਕਈ ਵਾਰੀ ਰੇਸ਼ਾ ਵੀ ਜ਼ਿਆਦਾ ਹੁੰਦਾ। ਤੇ ਮੈਂ ਦੇਖਿਆ ਕਈਆਂ ਨੂੰ ਖਾਂਸੀ ਹੁੰਦੀ ਹੈ, ਜਾਂ ਹੱਥੂ ਆਉਂਦਾ ਹੈ, ਖਾਂਸੀ ਹੁੰਦੀ ਹੈ। ਤੇ ਇੱਕ ਹੋਰ ਚੀਜ਼ ਹੈ ਜਿਹਦੇ ਕਿ ਇੱਕਦਮ ਨੱਕ ਜਿਹੜਾ ਸਟਫੀ ਹੋ ਜਾਂਦਾ, ਬੰਦ ਹੋ ਜਾਂਦਾ ਨੱਕ। ਜੀ। ਤੇ ਇਹ ਚੀਜ਼ਾਂ ਪਤਾ ਲੱਗਦੀਆਂ ਕਿ ਜੋ ਮੈਂ ਖਾਣਾ ਖਾਦਾ ਉਹ ਮੇਰੀ ਬਾਡੀ ਨੂੰ ਪਸੰਦ ਨਹੀਂ ਹੈ, ਤੇ ਉਹ ਚੀਜ਼ਾਂ ਮੈਨੂੰ ਨਹੀਂ ਖਾਣੀ ਚਾਹੀਦੀਆਂ। ਐਗਜ਼ਾਮਪਲ ਅਗਰ ਮੈਂ ਕਵਾਂਗੀ, ਤੇ ਜਿੱਦਾਂ ਹੁਣ ਅਸੀਂ ਸਪੋਜ਼ ਇੱਕ ਐਗਜ਼ਾਮਪਲ ਹੀ ਦੱਸਣੀ ਹੈ ਕਿ ਹੋਰ ਬਾਕੀਆਂ ਨੂੰ ਪਤਾ ਲੱਗ ਜਾਏਗਾ। ਜਿੱਦਾਂ ਅਸੀਂ ਪੀਜ਼ਾ ਖਾਂਦੇ ਆ, ਜੀ ਠੀਕ ਹੈ, ਜੇ ਪੀਜ਼ਾ ਖਾ ਲਈ ਤਾਂ ਪੀਜ਼ੇ ਨਾਲ ਜੇ ਕੋਕ ਲੈ ਲੈਂਦੇ ਆ, ਤੇ ਇਹ ਬਹੁਤ ਡੈਡਲੀ ਕੰਬੀਨੇਸ਼ਨ ਕਵਾਂਗੀ। ਇਹ ਕੰਬੀਨੇਸ਼ਨ ਠੀਕ ਨਹੀਂ ਹੈ। ਮੇਰਾ ਖਿਆਲ ਹੈ ਕਿ ਮੋਸਟਲੀ 90% ਲੋਕ ਇਹੀ ਕੰਬੀਨੇਸ਼ਨ ਲੈ ਕੇ ਫਿਰਦੇ ਪਏ ਨੇ। ਤੇ 90% ਲੋਕਾਂ ਨੂੰ ਐਸਿਡ ਬਣਦਾ ਵੀ ਹੈ। ਇਹ ਵੀ ਹੈ। ਐਗਜ਼ਾਮਪਲ ਇਸ ਕਰਕੇ ਦਿੱਤੀ ਕਿ ਬਹੁਤ ਸਾਰੇ ਲੋਕੀ ਇਹ ਖਾਂਦੇ ਨੇ, ਤੇ ਇਦਾਂ ਹੀ ਖਾਂਦੇ ਨੇ। ਤੇ ਜਿਹੜੇ ਪੀਜ਼ਾ ਤੁਸੀਂ ਲੈ ਲੈਂਦੇ ਹੋ, ਇੱਕ ਤੇ ਉਹ ਵਾਈਟ ਬ੍ਰੈਡ ਹੈ, ਦੂਸਰਾ ਉਹਦੇ ਵਿੱਚ ਯੀਸਟ ਪਈ ਹੁੰਦੀ ਹੈ, ਮੈਦਾ ਹੁੰਦਾ ਹੈ,
ਦੂਸਰਾ ਜੇ ਚੀਜ਼ ਪਿਆ ਹੁੰਦਾ ਪ੍ਰੋਸੈਸਡ ਹੁੰਦਾ ਹੈ, ਜਿਸ ਬੇਕਿੰਗ ਕਰਨੀ ਆ ਤੇ ਉਹ ਬੇਕ ਜਿਹੜੀ ਹੈ ਉਹ ਹਾਈ ਟੈਂਪਰੇਚਰ ਤੇ ਉਹਦੇ ਕੈਮੀਕਲ ਕਾਫੀ ਰਿਲੀਜ਼ ਹੋ ਜਾਂਦੇ। ਔਨ ਜੇ ਤੁਸੀਂ ਸੋਡਾ ਪੀਂਦੇ ਹੋ ਨਾਲ ਤਾਂ ਇਦਾਂ ਹੀ ਹੁੰਦਾ ਜਿਵੇਂ ਘਿਓ ਦੇ ਨਾ ਅੱਗ ਦੇ ਉੱਤੇ ਘਿਓ ਤੁਸੀਂ ਸੁੱਟੋਗੇ ਤੇ ਮੁਸ਼ਕਿਲ। ਇਸ ਤਰ੍ਹਾਂ ਸਾਡੇ ਅੰਦਰ ਵੀ ਉਸ ਤਰ੍ਹਾਂ ਹੀ ਅੱਗ ਜਲਦੀ ਹੈ, ਜਿਹੜੀ ਐਕਸਟਰਾ ਜਲਦੀ ਹੈ, ਜਿਹੜੇ ਵਾਸਤੇ ਸਾਡੀ ਬੋਡੀ ਰੈਡੀ ਨਹੀਂ ਹੁੰਦੀ ਤੇ ਸਾਨੂੰ ਫਿਰ ਬਹੁਤ ਸਾਰੀਆਂ ਐਸਿਡ ਤੇ ਬਣਦਾ, ਫਿਰ ਬਾਅਦ ਵਿੱਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਉਹਦੇ ਨਾਲ ਜੁੜੀਆਂ ਹੋਈਆਂ ਨੇ। ਠੀਕ ਹੈ। ਇਹਦੇ ਨਾਲ ਅਸੀਂ ਮਤਲਬ ਇਹ ਕਿ ਕਿੱਦਾਂ ਸਾਨੂੰ ਇਹ ਪਤਾ ਲੱਗ ਸਕਦਾ ਕਿ ਕਿਹੜੀ ਜਿਹੜੀ ਵੈਜੀਟੇਬਲ ਜਾਂ ਕੋਈ ਚੀਜ਼ ਜਿਹੜੀ ਫੂਡ ਜਿਹੜਾ ਹੈਗਾ ਉਹ ਸਾਡੇ ਵਾਸਤੇ ਵਧੀਆ ਹੈ, ਕਿਹੜਾ ਜਿਹੜਾ ਸਾਡੇ ਵਾਸਤੇ ਵਧੀਆ ਨਹੀਂ ਹੈਗਾ, ਇਹ ਸਾਨੂੰ ਆਪ ਨੂੰ ਕਿੱਦਾਂ ਜੱਜ ਅਸੀਂ ਕਰ ਸਕਦੇ ਹਾਂ? ਇਸ ਤਰ੍ਹਾਂ ਹੈ, ਇੱਕ ਤੇ ਹੁੰਦਾ ਕਿ ਜਿਸ ਤਰ੍ਹਾਂ ਅਸੀਂ ਚਾਹ ਪੀਂਦੇ ਆ, ਉਹ ਸਾਰੇ ਅਸੀਂ ਸਵੇਰੇ ਉੱਠ ਕੇ ਬੈਡ ਟੀ ਲੈਣੇ ਹੈ ਨਾ, ਜਾਂ ਕੋਈ ਚਾਹ ਲੈਂਦਾ ਜਾਂ ਕੋਈ ਕਾਫੀ ਲੈਂਦਾ ਹੈ, ਤੇ ਇਹ ਅਸੀਂ ਜੇ ਖਾਲੀ ਪੇਟ ਲੈ ਲੈਂਦੇ ਆ ਤੇ ਰਾਤ ਨੂੰ ਸੁੱਤੇ ਸਾਡੇ ਬੈਕਟੀਰੀਆ, ਜਿਹੜੇ ਸਾਡੇ ਗੁੱਡ ਬੈਕਟੀਰੀਆ ਹੁੰਦੇ ਸਾਡੇ ਪੇਟ ਦੇ, ਉਹਨਾਂ ਨੂੰ ਖੁਰਾਕ ਚਾਹੀਦੀ ਹੁੰਦੀ ਹੈ, ਤੇ ਜੇ ਅਸੀਂ ਸਿੱਧੇ ਹੀ ਚਾਹ ਜਾਂ ਕਾਫੀ ਇੱਕਦਮ ਸੁੱਟ ਲੈਂਦੇ ਆ ਨਾ, ਤੇ ਉਹਦੇ ਨਾਲ ਫਿਰ ਸਾਡੇ ਅੰਦਰ ਕਈ ਨੂੰ ਤੇਜ਼ਾਬ ਜ਼ਿਆਦਾ ਬਣਦਾ ਹੈ। ਤੇ ਕਈ ਵਾਰੀ ਪਾਣੀ ਘੱਟ ਪੀਂਦੇ ਨੇ ਆਪਣੇ ਲੋਕੀ, ਜੇ ਪਾਣੀ ਨਹੀਂ ਪੀਂਦੇ ਜਾਂ ਘੱਟ ਪੀਂਦੇ ਆ ਤੇ ਉਸ ਲਈ ਵੀ ਤੇਜ਼ਾਬ ਬਣ ਜਾਂਦਾ। ਤੇ ਜਾਂ ਫਿਰ ਜਿਹੜੇ ਅਲਕੋਹਲ ਲੈਂਦੇ ਨੇ, ਤੁਹਾਨੂੰ ਦੇਖਿਆ ਅਲਕੋਹਲ ਵਾਲੇ ਜਿਹੜੇ ਓਵਰਡੋਜ਼ ਹੋ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਬਹੁਤ ਯੈਲੋ ਬਹੁਤ ਖੱਟਾ ਪਾਣੀ ਬਾਅਦ ਬਣਦਾ ਹੈ ਨਾ। ਤਾਂ ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਸਾਨੂੰ ਖਰਾਬ ਕਰਦੀਆਂ ਨੇ। ਤੇ ਬਾਕੀ ਜਿਹੜੀਆਂ ਫਰਾਈਡ ਚੀਜ਼ਾਂ ਨੇ, ਜਦੋਂ ਆਪਣੇ ਲੋਕੀ ਸਮੋਸੇ ਖਾਂਦੇ ਨੇ, ਬੜੇ ਪਸੰਦ ਨੇ ਸਮੋਸੇ, ਜਾਂ ਫਿਰ ਮਠਿਆਈਆਂ ਹੋ ਗਈਆਂ ਹਨਾ, ਆਲੂ ਦੀਆਂ ਟਿੱਕੀਆਂ ਹੋ ਗਈਆਂ, ਜਿੰਨਾ ਵੀ ਫਰਾਈਡ ਚੀਜ਼ਾਂ ਨੇ, ਜਾਂ ਫ੍ਰੈਂਚ ਫਰਾਈਜ਼ ਹੋ ਗਈਆਂ ਹਨਾ। ਪੰਜਾਬੀ ਤੇ ਫਿਰ ਕਹਿੰਦੇ ਨੇ ਕਿ ਉਹ ਆਪਣਾ ਪ੍ਰੋਪਰ ਜਿਹੜਾ ਉਹ ਫੂਡ ਜਿਹੜਾ ਉਹ ਰੈਡੀ ਕਰਨਾ ਹੁੰਦਾ ਉਹਨਾਂ ਨੇ। ਹਾਂਜੀ, ਤੇ ਇਹ ਚੀਜ਼ਾਂ ਜਿਹੜੀਆਂ ਨੇ ਸਵਾਦ ਲੱਗਦੀਆਂ ਨੇ, ਮੈਂ ਨਹੀਂ ਕਹਿੰਦੀ ਸਵਾਦ ਲੱਗਦੀਆਂ, ਔਰ ਇਹ ਵੀ ਨਹੀਂ ਕਹਿੰਦੇ ਕਿ ਬਿਲਕੁਲ ਤੁਸੀਂ ਬੰਦ ਕਰ ਦਿਓ, ਲੇਕਿਨ ਲਿਮਿਟ ਚ ਲਓ, ਕਿਉਂਕਿ ਇਹ ਚੀਜ਼ਾਂ ਸਾਡੀ ਬੋਡੀ ਜਿਹੜੀ ਇਹਦੇ ਵਾਸਤੇ ਨਹੀਂ ਬਣੀ। ਇੱਕ ਹੋਰ ਚੀਜ਼ ਮੈਂ ਦੇਖੀ ਹੈ ਕਿ ਜਿਹੜੇ ਸਪਾਈਸੀ ਫੂਡ ਜ਼ਿਆਦਾ ਖਾਂਦੇ, ਮਿਰਚਾਂ ਪਾ ਕੇ ਖਾਂਦੇ ਨੇ, ਜਾਂ ਫਿਰ ਅੱਜ ਕੱਲ੍ਹ ਮਸਾਲੇ ਬਹੁਤ ਚਲੇ ਹੋਏ ਨੇ, ਤੁਸੀਂ ਜੋ ਸੋਚਿਆ ਬਿਰਿਆਨੀ ਮਸਾਲਾ, ਚਿਕਨ ਮਸਾਲਾ, ਇਹਦਾ ਰਾਜਮਾ ਦੇ ਮਸਾਲੇ, ਤੁਸੀਂ ਦੇਖੋ ਨਾ ਕਿੰਨੀ ਵੱਡੀ ਲਾਈਨ ਬਣੀ ਹੋਈ। ਮੇਰਾ ਖਿਆਲ ਹੈ ਕਿ ਐਕਸਟਰਾ ਸਪਾਈਸੀ ਕਰਨ ਵਾਸਤੇ ਵੀ ਮਸਾਲੇ ਜਿਹੜੇ ਨੇ ਉਹ ਰੈਡੀ ਮਸਾਲੇ ਬਣੇ, ਔਰ ਕਈਆਂ ਨੇ ਜਿਹੜਾ ਨੂਡਲਸ ਵਗੈਰਾ ਨੇ ਉਹਦੇ ਮਸਾਲੇ ਬੜੇ ਹੁੰਦੇ ਨੇ, ਤੇ ਮੈਗੀ ਮਸਾਲਾ ਹੋ ਗਿਆ। ਔਰ ਤਾਂ ਇਹ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਲਈ ਸੂਟ ਨਹੀਂ ਕਰਦੀਆਂ, ਜਾਂ ਸਾਡੀ ਬੋਡੀ ਇਹਨਾਂ ਵਾਸਤੇ ਨਹੀਂ ਬਣੀ ਹੈ, ਤੇ ਇਸ ਕਰਕੇ ਫਿਰ ਇਹ ਸਾਨੂੰ ਇਹ ਤਕਲੀਫਾਂ ਜਿਹੜੀਆਂ ਬਣਦੀਆਂ ਨੇ। ਇਹੋ ਜਿਹੇ ਖਾਣੇ ਜਿਹੜੇ ਜ਼ਰੂਰ ਬੰਦ ਕਰਨੇ ਚਾਹੀਦੇ। ਔਰ ਜਿਹੜੇ ਪੇਸ਼ੈਂਟ ਜਿਹੜੇ ਨੇ, ਮੈਂ ਉਹਨੂੰ ਦੱਸਾਂਗੀ ਕਿ ਜਿਹੜੇ ਡਾਇਬਟੀਜ਼ ਵਾਲੇ ਪੇਸ਼ੈਂਟ ਹੁੰਦੇ ਨੇ, ਉਹਨਾਂ ਨੂੰ ਐਸਿਡ ਜ਼ਿਆਦਾ ਬਣਦਾ, ਉਹਨਾਂ ਨੂੰ ਜ਼ਿਆਦਾ ਆਪਣਾ ਖਿਆਲ ਰੱਖਣਾ ਚਾਹੀਦਾ। ਥਾਇਰਾਇਡ ਵਾਲੇ ਪੇਸ਼ੈਂਟ ਜਿਹੜੇ ਨੇ, ਇਹਨਾਂ ਨੂੰ ਵੀ, ਤੇ ਜਾਂ ਜਿਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ, ਇਹਨਾਂ ਨੂੰ ਆਪਣਾ ਖਿਆਲ ਜ਼ਿਆਦਾ ਰੱਖਣਾ, ਕਿਉਂਕਿ ਉਹਨਾਂ ਨੂੰ ਕਈ ਨੂੰ ਐਸਿਡ ਬਣਦਾ ਤੇ ਪਤਾ ਲੱਗਦਾ, ਤੇ ਕਈ ਨੂੰ ਨਹੀਂ ਪਤਾ ਲੱਗਦਾ। ਸਾਡੀ ਜਿਹੜੀ ਹੈ ਗੈਸ ਬਲੋਟਿੰਗ ਜਿਹੜੀ ਹੈ, ਇਹ ਜ਼ਿਆਦਾ ਹੁੰਦੀ ਹੈ, ਪੇਟ ਫੁੱਲ ਜਾਂਦਾ, ਕਈਆਂ ਦਾ ਪੇਟ ਵੱਡਾ ਹੋ ਜਾਂਦਾ ਹੈ। ਸੋ ਇਹ ਸਾਰੀ ਇੰਡੀਕੇਸ਼ਨ ਦਿੰਦੇ ਨੇ ਕਿ ਸਾਡੇ ਅੰਦਰ ਕੁਛ ਨਾ ਕੁਛ ਗਲਤ ਹੁੰਦਾ ਪਿਆ, ਪ੍ਰੋਬਲਮ ਹੈ ਵੇ, ਕੋਈ ਨਾ ਕੋਈ ਅੰਦਰ ਕੁਝ ਗਲਤ ਚੱਲ ਰਹੇਗਾ। ਅੱਛਾ, ਇੱਕ ਕੁਐਸਚਨ ਹੋਰ ਮੇਰੇ ਦਿਮਾਗ 'ਚ ਆ ਰਿਹਾ ਸੀ। ਅੱਛਾ, ਕੁਝ ਲੋਕ ਹੁੰਦੇ ਨੇ ਜਿਹੜੇ ਬੜਾ ਟਾਈਮ ਤੇ ਫੂਡ ਲੈਂਦੇ ਨੇ, ਜਿੱਦਾਂ ਸੁਬਾਹ ਨਾਸ਼ਤਾ ਕਰ ਲਿਆ, ਉਸ ਤੋਂ ਬਾਅਦ ਕੁਝ ਨਹੀਂ ਲੈਣਾ, ਦੁਪਹਿਰ ਨੂੰ ਕੁਝ ਖਾ ਲਿਆ, ਮਤਲਬ ਜਿਹੜਾ ਲੰਚ ਖਾ ਲਿਆ, ਤੇ ਉਸ ਤੋਂ ਬਾਅਦ ਕੁਝ ਨਹੀਂ ਲੈਣਾ, ਜਾਂ ਰਾਤ ਦਾ ਡਿਨਰ ਖਾ ਲਿਆ। ਪਰ ਕੁਝ ਲੋਕ ਹੁੰਦੇ ਨੇ ਜਿਹੜੇ ਮੇਰਾ ਖਿਆਲ ਹੈ ਕਿ ਹਰ ਵੇਲੇ ਕਹਿੰਦੇ ਨੇ ਕਿ ਮੂੰਹ ਚੱਲਦਾ ਰਹੇ, ਤੇ ਉਹ ਕ੍ਰੇਵਿੰਗ ਜਿਹੜੀ ਇੱਕ ਹੁੰਦੀ ਰਹਿੰਦੀ, ਉਹਦੀ ਕੀ ਰੀਜ਼ਨ ਹੁੰਦੀ ਹੈ? ਹਾਂਜੀ, ਜਿਹੜੀ ਕ੍ਰੇਵਿੰਗਸ ਹੁੰਦੀਆਂ ਨੇ, ਫੂਡ ਕ੍ਰੇਵਿੰਗਸ ਵੀ ਹੁੰਦੀ ਹੈ, ਕਈ ਨੂੰ ਸ਼ੂਗਰ ਕ੍ਰੇਵਿੰਗਸ ਵੀ ਹੁੰਦੀਆਂ ਨੇ। ਜੇ ਸ਼ੂਗਰ ਕ੍ਰੇਵਿੰਗ ਜ਼ਿਆਦਾ ਹੁੰਦੀ ਹੈ, ਜੇ ਤੁਹਾਡੇ ਅੰਦਰ ਕੋਈ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ, ਤੇ ਉਹ ਕ੍ਰੇਵਿੰਗਸ ਕਰਦੀ ਹੈ। ਤੇ ਜਾਂ ਫਿਰ ਅਸੀਂ ਖਾਣਾ ਸਹੀ ਨਹੀਂ ਖਾਂਦੇ, ਜਾਂ ਕਿ ਜਿੱਦਾਂ ਹੁਣ ਅਸੀਂ ਕਹਿੰਦੇ ਬੈਲੈਂਸ ਡਾਈਟ ਹੋਣੀ ਚਾਹੀਦੀ, ਜਿਹਦੇ ਚ ਪ੍ਰੋਟੀਨਸ ਵੀ ਹੋਣ, ਕਾਰਬੋਹਾਈਡਰੇਟ ਵੀ ਹੋਣ, ਜਾਂ ਫਿਰ ਤੁਹਾਡੇ ਫੈਟ ਵੀ ਕੰਟੈਂਟ ਵੀ ਸਾਰੇ ਬਰਾਬਰ ਹੋਣ, ਹੈ ਨਾ, ਸਾਰੇ ਨਿਊਟ੍ਰੀਐਂਟਸ ਹੋਣ, ਤੇ ਉਹ ਫਿਰ ਸਾਡੀ ਬੋਡੀ ਵਿੱਚ ਸਟੇਬਲ ਰਹਿੰਦੀ ਹੈ, ਸਾਨੂੰ ਕਾਹਲੀ ਨਹੀਂ ਪੈਂਦੀ। ਜਿਸ ਲਈ ਇੰਬੈਲੈਂਸ ਹੁੰਦਾ ਸੀ, ਜਾਂ ਸਿਰਫ ਸ਼ੂਗਰ ਵਾਲੀ ਚੀਜ਼ਾਂ ਖਾਂਦੇ ਰਹੀਏ, ਜਾਂ ਫਿਰ ਸਿਰਫ ਫੈਟ ਵਾਲੀ ਚੀਜ਼ਾਂ ਜਾਂ ਫਰਾਈਡ ਖਾਈਏ, ਤੇ ਉਹ ਫਿਰ ਸਾਡੀ ਬੋਡੀ ਜਿਹੜੀ ਹੈ, ਉਹਨਾਂ ਨੂੰ ਨਿਊਟ੍ਰੀਐਂਟਸ ਤੇ ਚਾਹੀਦੇ, ਉਹਨਾਂ ਨੂੰ ਫੂਡ ਤੇ ਚਾਹੀਦਾ ਹੈ, ਪਰ ਉਹਨਾਂ ਨੂੰ ਪੂਰਾ ਫੂਡ ਨਹੀਂ ਮਿਲਦਾ। ਇਸ ਕਰਕੇ ਸਾਨੂੰ ਕ੍ਰੇਵਿੰਗ ਹੁੰਦੀ ਹੈ, ਕਿ ਸਾਡੀ ਬੋਡੀ ਦੱਸਦੀ ਹੈ ਕਿ ਜੋ ਤੁਸੀਂ ਖਾਂਦੇ ਪਏ ਹੋ ਮੇਰੇ ਵਾਸਤੇ ਖੁਰਾਕ ਨਹੀਂ ਹੈ, ਤੇ ਮੈਨੂੰ ਜਿਹੜੀ ਅਸਲੀ ਖੁਰਾਕ ਚਾਹੀਦੀ ਹੈ। ਤੇ ਇਸ ਕਰਕੇ ਉਹ ਬੋਡੀ ਦੀ ਡਿਮਾਂਡ ਹੁੰਦੀ ਹੈ। ਪਰ ਜੇ ਤੁਸੀਂ ਬੈਲੈਂਸ ਫੂਡ ਖਾਓਗੇ ਤੇ ਫਿਰ ਇਹ ਕ੍ਰੇਵਿੰਗਸ ਹਟ ਜਾਂਦੀਆਂ ਨੇ। ਤੇ ਜਿਹੜੀ ਤੁਸੀਂ ਕਿਹਾ ਕਿ ਜਿਹੜੀ ਆਪਣੀਆਂ ਹੈਬਿਟਸ ਜਿਹੜੀਆਂ ਨੇ, ਇਹ ਚੇਂਜ ਕਰਨੇ ਦੀ ਲੋੜ ਹੈ, ਕਿਉਂਕਿ ਇੱਕ ਤੇ ਅਸੀਂ ਕਈ ਵਾਰੀ ਦੱਬ ਕੇ ਖਾ ਲੈਂਦੇ ਆ, ਕਿ ਪੂਰਾ ਪੇਟ ਭਰ ਕੇ ਖਾ ਲੈਂਦੇ ਆ, ਤੇ ਫਿਰ ਬਹਿ ਜਾਂਦੇ ਆਰਾਮ ਦੇ ਨਾਲ, ਫਿਰ ਟੀਵੀ ਦੇ ਅੱਗੇ ਬੈਠ ਕੇ, ਤੇ ਫਿਰ ਅਸੀਂ ਜਾਂ ਬੈਠੇ ਰਹਿੰਦੇ ਆ ਨਾ, ਤੇ ਇਹ ਵੀ ਗਲਤ ਹੈ। ਤੇ ਜਾਂ ਫਿਰ ਕਈ ਪਾਣੀ ਬਿਲਕੁਲ ਨਹੀਂ ਪੀਂਦੇ, ਮੈਂ ਦੇਖਿਆ, ਜਾਂ ਬਹੁਤ ਘੱਟ ਪੀਂਦੇ ਨੇ, ਤੇ ਉਹਨਾਂ ਨੂੰ ਵੀ ਤਕਲੀਫਾਂ ਜ਼ਿਆਦਾ ਹੁੰਦੀਆਂ ਨੇ। ਤੇ ਕਈ ਜਿਹੜੇ ਛੇਤੀ ਖਾਣਾ ਖਾਂਦੇ ਨੇ, ਉਹਨਾਂ ਨੂੰ ਚਬਾਉਂਦੇ ਨਹੀਂ ਪ੍ਰੋਪਰਲੀ, ਤਕਲੀਫ ਹੁੰਦੀ ਹੈ। ਸੋ ਜਿਹੜਾ ਖਾਣਾ ਖਾਂਦੇ ਹੋ, ਪਹਿਲੇ ਤੇ
ਪਾਣੀ ਜ਼ਿਆਦਾ ਪੀਣਾ ਚਾਹੀਦਾ, 7 ਗਲਾਸ ਪਾਣੀ ਪੀਣਾ ਚਾਹੀਦਾ। ਫਿਰ ਖਾਣੇ ਨੂੰ ਚੰਗੀ ਤਰ੍ਹਾਂ ਚਬਾਉਣਾ ਚਾਹੀਦਾ, ਇੰਨਾ ਚਬਾਓ ਕਿ ਉਹ ਪੇਸਟ ਟਾਈਪ ਬਣ ਜਾਏ, ਫਿਰ ਤੁਸੀਂ ਖਾਓ। ਲੇਕਿਨ ਖਾਣਾ ਜਿਹੜਾ ਬਿਲਕੁਲ ਜਿੰਨੀ ਭੁੱਖ ਹੈ ਉਹਦੇ ਕੋਲ ਥੋੜਾ ਘੱਟ ਖਾਣਾ ਚਾਹੀਦਾ, ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ, ਪਰ ਗੱਲਾਂ ਕਰਦੇ ਨਹੀਂ ਖਾਣਾ ਖਾਣਾ ਚਾਹੀਦਾ। ਓਕੇ ਜਿਹੜੇ ਖਾਣਾ ਖਾਂਦੇ ਤਾਂ ਉਹਦੇ ਬਾਅਦ ਇੱਕਦਮ ਬੈਠੇ ਨਹੀਂ ਰਹੋ, ਉਹਦੇ ਬਾਅਦ ਥੋੜਾ ਜਿਹਾ ਚੱਲਣਾ ਫਿਰਨਾ ਜ਼ਰੂਰ ਚਾਹੀਦਾ। ਤੇ ਮਲਟੀ ਮੀਲ ਨਹੀਂ ਲਓ, ਥੋੜਾ ਥੋੜਾ ਖਾਓ, ਪਰ 2-3 ਮੀਲ ਲੈ ਸਕਦੇ ਹੋ, ਪਰ ਇਹ ਨਹੀਂ ਹੈ ਕਿ ਤੁਸੀਂ ਖਾਂਦੇ ਰਹੋ, ਜਾਂ ਫਿਰ ਤੁਸੀਂ ਜਾਂ ਇੱਕੋ ਵਾਰੀ ਖਾਓ ਤੇ 1 ਮੀਲ ਲਓ ਤੇ ਇੰਨਾ ਦੱਬ ਕੇ ਖਾਓ, ਇਹ ਸਾਰਾ ਸਾਡੇ ਬਾਡੀ ਨੂੰ ਨੁਕਸਾਨ ਕਰਦਾ। ਇਹ ਹੁੰਦਾ ਕਿ ਖਾਣਾ ਖਾ ਕੇ ਅਸੀਂ ਫਿਰ ਟੀਵੀ ਹੀ ਔਨ ਕਰਕੇ ਅਸੀਂ ਉਹਦੇ ਸਾਹਮਣੇ ਹੀ ਦੁਬਾਰਾ ਤੋਂ ਬਹਿ ਜਾਂਦੇ ਹਾਂ, ਤੇ ਫਿਰ ਅਸੀਂ ਕਹਿੰਦੇ ਜਦੋਂ ਟੀਵੀ ਦੇਖ ਰਹੇ ਹਾਂ ਫਿਰ ਨਾਲ ਕੁਝ ਨਾ ਕੁਝ ਚਾਹੀਦਾ ਹੈਗਾ। ਜਿੱਦਾਂ ਮੋਸਟਲੀ ਤੁਸੀਂ ਸਿਨੇਮਾ ਹਾਲਸ 'ਚ ਵੇਖਿਆ ਹੋਏਗਾ, ਪੌਪਕਾਰਨ ਜਿਹੜੇ ਲੱਭ ਜਾਂਦੇ ਮੂੰਹ ਦੇ, ਕੋਈ ਨਾ ਕੋਈ ਚੀਜ਼ ਚੱਲਦੀ, ਚਿੰਗਮ ਖਾਂਦੇ ਰਹਿੰਦੇ ਨੇ, ਚਿੰਗਮ ਖਾਂਦੇ ਰਹਿੰਦੇ, ਪੌਪਕਾਰਨ ਏਦਾਂ ਮੂੰਹ 'ਚ ਪਾਉਂਦੇ ਰਹਿੰਦੇ ਨੇ, ਜਾਂ ਫਿਰ ਗੱਲਾਂ ਕਰਦੇ ਰਹਿੰਦੇ, ਉਹ ਹਵਾ ਜਿਹੜੀ ਅੰਦਰ ਚਲੇ ਜਾਂਦੀ, ਫਿਰ ਉਹੀ ਗੈਸ ਬਣਦੀ ਹੈ। ਸੋ ਇਹ ਵੀ ਇਹ ਚੀਜ਼ਾਂ ਠੀਕ ਨਹੀਂ ਹੈ ਨਾ। ਤੇ ਜਿਹੜਾ ਪਾਣੀ ਦਾ ਸੇਵਨ ਜ਼ਿਆਦਾ ਹੋਣਾ ਚਾਹੀਦਾ। ਜੇ ਤੁਸੀਂ ਚਾਹ ਕਾਫੀ ਪੀਂਦੇ ਹੋ ਤੇ ਪਾਣੀ ਜ਼ਿਆਦਾ ਹੀ ਪੀਣਾ ਚਾਹੀਦਾ, ਜਾਂ ਅਲਕੋਹਲ ਪੀਂਦੇ ਹੋ ਉਹਨਾਂ ਵਾਸਤੇ ਵੀ ਹੈ ਕਿ ਪਾਣੀ ਜ਼ਿਆਦਾ ਪੀਣਾ ਚਾਹੀਦਾ। ਠੀਕ ਹੈ। ਕਾਫੀ ਬੈਸਟ ਹੈ ਜਾਂ ਚਾਹ? ਹਰ ਇੱਕ ਦੀ ਅਲੱਗ-ਅਲੱਗ ਚੋਇਸ ਹੈ। ਚਾਹ ਦੇ ਵੀ ਆਪਣੇ ਫਾਇਦੇ ਨੇ ਤੇ ਕਾਫੀ ਦੇ ਜ਼ਿਆਦਾ ਹੀ ਫਾਇਦੇ ਦੱਸਦੇ ਨੇ, ਕਿ ਕਾਫੀ ਦੇ ਫਾਇਦੇ ਜ਼ਿਆਦਾ ਹੁੰਦੇ ਨੇ, ਔਰ ਲੇਕਿਨ ਦੋਨੋਂ ਠੀਕ ਨੇ। ਅਗਰ ਤੁਸੀਂ ਜੇ ਤੁਸੀਂ ਹਿਸਾਬ ਦੀ ਲਓ ਤੇ ਦੋਨੋਂ ਠੀਕ ਨੇ, ਇੰਨੇ ਮਾੜੇ ਨਹੀਂ, ਕਿਉਂਕਿ ਅੱਜ ਕੱਲ ਲੋਕੀ ਲੈਂਦੇ ਨੇ, ਉਹ ਸਰਦੀਆਂ ਵਿੱਚ ਤੇ ਜ਼ਿਆਦਾ ਹੀ ਲੋਕੀ ਲੈਂਦੇ, ਹਰਬਲ ਟੀਜ਼ ਵੀ ਲੋਕੀ ਲੈਂਦੇ ਨੇ। ਤੇ ਹਰ ਇੱਕ ਚੀਜ਼ ਕਹਿੰਦੇ ਮਿੱਠਾ ਵੀ ਜਿਹੜਾ ਹਿਸਾਬ ਦਾ ਲਾਓ ਤਾਂ ਠੀਕ ਹੈ, ਨਮਕ ਜਾਂ ਖਾਣਾ ਹਰ ਇੱਕ ਚੀਜ਼ ਜਿਹੜੀ ਹੈ ਲਿਮਿਟ ਚ ਲਾਓਗੇ ਤਾਂ ਸਭ ਠੀਕ ਹੈ, ਲਿਮਿਟ ਤੋਂ ਬਾਹਰ ਲਾਓਗੇ ਤਾਂ ਨੁਕਸਾਨ ਹੋਣਾ ਹੀ ਹੋਣਾ ਹੈ। ਪਰ ਹਾਂ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਪ੍ਰਵੀਨ ਜੀ, ਕਿ ਜਿਹੜੇ ਸੈਮੀਨਾਰ ਜਿਹੜੇ ਹੁੰਦੇ ਨੇ ਉਹਦੇ ਵਿੱਚ ਜ਼ਿਆਦਾ ਜਾਣਕਾਰੀ ਦਿੰਦੇ ਆ, ਪਰ ਇਹ ਵੀ ਹੈ ਕਿ ਜਿਹੜੇ ਟਾਕ ਸ਼ੋਜ਼ ਹੁੰਦੇ ਨੇ ਉਹਨਾਂ 'ਚ ਲਿਮਿਟਿਡ ਜਾਣਕਾਰੀ ਹੁੰਦੀ ਹੈ, ਜਨਰਲ ਹੁੰਦੀ ਹੈ, ਪਰ ਕਈਆਂ ਦੇ ਹੈਲਥ ਇਸ਼ੂਜ਼ ਬਹੁਤ ਜ਼ਿਆਦਾ ਹੁੰਦੇ ਨੇ, ਕਿਉਂਕਿ ਐਸਿਡਿਟੀ ਦੇ ਨਾਲ ਕਈ ਵਾਰੀ ਕਈਆਂ ਨੂੰ ਕਬਜ਼ ਵੀ ਹੁੰਦੀ ਹੈ, ਕਈਆਂ ਨੂੰ ਜੋੜਾਂ ਦਰਦਾਂ ਵੀ ਹੁੰਦੇ ਨੇ, ਜਾਂ ਫਿਰ ਕਈਆਂ ਨੂੰ ਹੈਡੇਕਸ ਹੁੰਦੀਆਂ ਨੇ, ਹੋਰ ਤਕਲੀਫਾਂ ਨੇ। ਜੇ ਹੋਰ ਵੀ ਕੋਈ ਤਕਲੀਫਾਂ ਹੁੰਦੀਆਂ ਨੇ ਤੇ ਉਹ ਆਪਣੀ ਜਿਹੜੀ ਹੈ ਅਪੁਆਇੰਟਮੈਂਟ ਵੀ ਬਣਾ ਸਕਦੇ ਨੇ, ਜਾਂ ਜਿਹੜੇ ਸੈਮੀਨਾਰ ਵਿੱਚ ਅਗਰ ਆਉਣਾ ਚਾਹਣ ਤੇ ਰਜਿਸਟ੍ਰੇਸ਼ਨ ਕਰਾ ਸਕਦੇ ਨੇ, ਤਾਂ ਕਿ ਉਹਨਾਂ ਨੂੰ ਪਰਸਨਲ ਲੈਵਲ ਤੇ ਜਿਹੜੀ ਉਹਨਾਂ ਨੂੰ ਹੈਲਪ ਮਿਲ ਸਕੇ। ਤੇ ਨਾਲ ਇਹ ਵੀ ਹੁੰਦਾ ਕਿ ਉੱਥੇ ਮੇਰੇ ਨਾਲ ਰੂਬਰੂ ਵੀ ਗੱਲ ਕਰ ਸਕਦੇ ਨੇ, ਕਿਉਂਕਿ ਹਰ ਇੱਕ ਚੀਜ਼ ਬਰੀਕੀ ਦੇ ਨਾਲ ਜਿਹੜੀ ਹੈ ਉਹ ਪਤਾ ਲੱਗਦਾ ਹੈ। ਜੇ ਤੇ ਬਿਲਕੁਲ ਬਿਮਾਰੀ ਦੀ ਜੜ ਪਤਾ ਲੱਗਦੀ ਹੈ ਤੇ ਫਿਰ ਉਹਦੇ ਸੋਲੂਸ਼ਨ ਜਿਹੜੇ ਨੇ ਉਹ ਕਾਫੀ ਆਸਾਨ ਹੋ ਜਾਂਦੇ ਨੇ। ਮੈਂ ਇੱਕ ਵਾਰੀ ਤੁਹਾਡਾ ਨੰਬਰ ਜਿਹੜਾ ਹੈ ਉਹ ਮੈਂ ਰਿਪੀਟ ਕਰ ਦਿੰਦੀ ਹਾਂ, 4196990626 ਹੈਗਾ ਨੰਬਰ। ਇਹ ਤੁਸੀਂ ਸੈਮੀਨਾਰ ਦੀ ਰਜਿਸਟ੍ਰੇਸ਼ਨ ਵੀ ਕਰਵਾਉਣ ਵਾਸਤੇ ਇਹੀ ਵਾਲਾ ਨੰਬਰ ਡਾਇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਅਪਾਇੰਟਮੈਂਟ ਲੈਣੀ ਹੋਏ ਤੇ ਉਹਦੇ ਵਾਸਤੇ ਵੀ ਇਹੀ ਵਾਲਾ ਨੰਬਰ ਡਾਇਲ ਕਰ ਸਕਦੇ ਹੋ। ਤੇ ਨਿਸ਼ਾ ਜੀ, ਇੱਕ ਹੋਰ ਸਵਾਲ ਸੀ ਮੇਰੇ ਕੋਲ ਕਿ ਤੁਸੀਂ ਮਤਲਬ ਜਿਹੜੀਆਂ ਜਿੱਦਾਂ ਸਾਰਾ ਦੱਸਿਆ ਹੈਗਾ, ਇਹਨਾਂ ਨੂੰ ਨੈਚੁਰਲੀ ਅਸੀਂ ਕਿੱਦਾਂ ਕੰਟਰੋਲ ਕਰ ਸਕਦੇ ਹਾਂ, ਕਿੱਦਾਂ ਫਿਕਸ ਕਰ ਸਕਦੇ ਹਾਂ ਆਪਣੇ ਮਤਲਬ ਜਿਹੜਾ ਡਾਈਟ ਚਾਰਟ ਹੈ, ਜਾਂ ਉਹਨੂੰ ਕਿੱਦਾਂ ਬੈਟਰ ਬਣਾ ਸਕਦੇ ਹਾਂ? ਬਿਲਕੁਲ, ਸਭ ਤੋਂ ਪਹਿਲੇ ਤਾਂ ਮੈਂ ਇੱਕ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਟੈਸਟ ਹੁੰਦੇ ਨੇ ਬਹੁਤ ਇੰਪੋਰਟੈਂਟ ਹੁੰਦੇ, ਕਿ ਉਹਨਾਂ ਤੋਂ ਤੁਹਾਨੂੰ ਜਾਣਕਾਰੀ ਮਿਲਦੀ ਹੈ। ਤੇ ਇੱਕ ਮੈਂ ਸ਼ੇਅਰ ਕਰਾਂਗੀ ਦਰਸ਼ਕਾਂ ਨਾਲ ਕਿ ਬਹੁਤ ਸਿੰਪਲ ਟੈਸਟ ਹੈ, ਤੁਸੀਂ ਆਪਣੇ ਘਰ ਵੀ ਕਰ ਸਕਦੇ ਹੋ। ਇਹ ਹੈਲਥ ਟਿਪ ਹੀ ਕਹਾਂਗੀ ਮੈਂ, ਕਿ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਮੇਰੇ ਸਟੋਮਕ 'ਚ ਕਿੰਨਾ ਐਸਿਡ ਹੈ ਜਾਂ ਕਿੰਨਾ ਘੱਟ ਹੈ, ਕਿਉਂਕਿ ਜਿਹੜਾ ਐਸਿਡ ਹੈ ਉਹ ਸਟੋਮਕ 'ਚ ਹੀ ਹੋਣਾ ਚਾਹੀਦਾ, ਸਟੋਮਕ ਤੋਂ ਬਾਹਰ ਵੀ ਨਹੀਂ ਹੋਣਾ ਚਾਹੀਦਾ। ਤੇ ਸਟੋਮਕ ਫੁੱਲ ਆਫ ਐਸਿਡ ਇਸ ਕਰਕੇ ਹੋਣਾ ਚਾਹੀਦਾ ਕਿ ਇਹ ਖਾਣਾ ਪਚਾਉਣ ਵਾਸਤੇ ਕੁਦਰਤ ਨੇ ਸਾਡੇ ਅੰਦਰ ਰੱਖਿਆ ਹੈ। ਇੱਕ ਛੋਟਾ ਜਿਹਾ ਮਟਕਾ ਟਾਈਪ ਹੁੰਦਾ ਜਿਹੜਾ ਕਿ ਰੱਖਿਆ ਹੁੰਦਾ ਕਿ ਖਾਣਾ ਹਜਮ ਹੋ ਜਾਏ, ਤੇ ਉਹ ਫੁੱਲ ਆਫ ਐਸਿਡ ਹੋਣਾ ਚਾਹੀਦਾ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਐਸਿਡ ਘੱਟ ਜਾਂਦਾ ਸਾਡੇ ਅੰਦਰ। ਤੇ ਉਹ ਕਿੱਦਾਂ ਪਤਾ ਲੱਗੇਗਾ ਕਿ ਮੇਰੇ ਅੰਦਰ ਐਸਿਡ ਘੱਟ ਹੁੰਦਾ ਪਿਆ, ਮੇਰੇ ਸਟੋਮਕ ਦੇ ਅੰਦਰ ਐਸਿਡ ਘੱਟ ਹੁੰਦਾ ਪਿਆ? ਉਹਦੇ ਵਾਸਤੇ ਮੈਂ ਸਿੰਪਲ ਟੈਸਟ ਹੈ, ਬਹੁਤ ਇੰਪੋਰਟੈਂਟ, ਹਰ ਕੋਈ ਕਰ ਸਕਦਾ ਔਰ ਘਰ ਵਿੱਚ ਹੀ ਕਰ ਸਕਦਾ ਹੈ। ਉਹ ਇਹ ਹੈ ਕਿ ਇੱਕ ਛੋਟਾ ਜਿਹਾ ਗਿਲਾਸ, 8 ਓunce ਦਾ ਗਿਲਾਸ ਲੈ ਕੇ ਪਾਣੀ ਦਾ ਭਰ ਕੇ, ਉਹਦੇ ਵਿੱਚ ਤੁਸੀਂ 1 ਟੀਸਪੂਨ ਬੇਕਿੰਗ ਸੋਡਾ, ਜਿਹੜਾ ਘਰ 'ਚ ਹੁੰਦਾ, ਹਰ ਇੱਕ ਦੇ ਘਰ 'ਚ ਹੁੰਦਾ ਬੇਕਿੰਗ ਸੋਡਾ, ਹੈਨਾ, ਉਹ ਬੇਕਿੰਗ ਸੋਡਾ ਲੈ ਕੇ ਤੁਸੀਂ ਉਹਦੇ 'ਚ ਪਾਣੀ 'ਚ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ, ਤੁਸੀਂ ਜਿਸਲੇ ਪੇਟ ਤੁਹਾਡਾ ਥੋੜਾ ਖਾਲੀ ਹੋਵੇ ਉਸਲੇ ਤੁਸੀਂ ਬੇਕਿੰਗ ਸੋਡੇ ਨੂੰ ਤੁਸੀਂ ਮੂੰਹ 'ਚ ਸਿਪ ਲੈਣਾ ਹੈ। ਤੁਸੀਂ ਲੈਂਦੇ ਹੋ ਤੇ ਉਹਦੇ ਨਾਲ ਹੀ ਤੁਹਾਨੂੰ ਡਕਾਰ ਆਉਣਾ ਸ਼ੁਰੂ ਹੋ ਜਾਂਦੇ। ਤੇ ਜੇ ਤੁਸੀਂ 1 ਤੋਂ ਲੈ ਕੇ 5 ਮਿੰਟ ਦੇ ਅੰਦਰ ਜੇ ਤੁਹਾਨੂੰ ਡਕਾਰ ਆਉਂਦੇ ਨੇ, ਤੇ ਇਹਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਉਹ ਮਤਲਬ ਤੁਹਾਡਾ ਅੰਦਰ ਸਟੋਮਕ ਦਾ ਐਸਿਡ ਲੋ ਹੈ, ਘੱਟ ਹੈ। ਅੱਛਾ,
ਹਾਂ, ਤੇ ਇਸ ਕਰਕੇ ਤਕਲੀਫਾਂ ਹੁੰਦੀ ਪਈਆਂ, ਕਿਉਂਕਿ ਕਈਆਂ ਨੂੰ ਐਸਿਡ ਮਹਿਸੂਸ ਹੁੰਦਾ, ਕਈਆਂ ਨੂੰ ਨਹੀਂ ਮਹਿਸੂਸ ਹੁੰਦਾ। ਤੇ ਉਹਦੇ ਨਾਲ ਇਹ ਹੈ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੇਰੇ ਅੰਦਰ ਜਿਹੜਾ ਇਹ ਐਸਿਡ ਲੋ ਹੋ ਗਿਆ ਔਰ ਮੈਨੂੰ ਇਹਦੀ ਟ੍ਰੀਟਮੈਂਟ ਦੀ ਲੋੜ ਹੈ ਆ। ਸੋ ਇਹ ਸਿੰਪਲ ਟੈਸਟ ਕਰ ਸਕਦੇ ਆ। ਦੂਜਾ ਟੈਸਟ ਜਿਹੜਾ ਹੁੰਦਾ ਅਸੀਂ ਬਾਲਾਂ ਤੋਂ ਕਰਨੇ ਆ, ਜਿਹੜਾ ਕਿ ਥੋੜੇ ਜਿਹੇ ਤੁਸੀਂ ਆਪਣੇ ਬਾਲ ਜਿਹੜੇ ਇੰਨੇ ਕੁ ਬਾਲ ਆਪਣੇ ਕੱਟ ਕੇ ਜ਼ਿਪ ਲੌਕ 'ਚ ਪਾ ਕੇ ਆਪਣਾ ਪੂਰਾ ਨਾਂ ਤੇ ਆਪਣਾ ਟੈਲੀਫੋਨ ਨੰਬਰ ਜਾਂ ਡੇਟ ਆਫ ਬਰਥ, ਆਪਣੀ ਪੂਰੀ ਡੇਟ ਆਫ ਬਰਥ ਲਿਖ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ। ਅਸੀਂ ਪੂਰੇ ਤੁਹਾਡੇ ਟੈਸਟ ਕਰਕੇ ਤੁਹਾਨੂੰ ਇਹ ਦੱਸਣਾ ਕਿ ਕਿਹੜੇ-ਕਿਹੜੇ ਖਾਣੇ ਤੁਹਾਨੂੰ ਖਰਾਬ ਲੱਗਦੇ ਪਏ ਨੇ, ਕਿਹੜੇ ਖਾਣੇ ਤੁਹਾਡੇ ਐਸਿਡ ਬਣਾਉਂਦੇ ਪਏ ਨੇ, ਜਾਂ ਬਾਡੀ 'ਚ ਦਰਦਾਂ ਕਰਦੇ ਪਏ ਨੇ, ਸੋਜਾ ਪੈਂਦਾ ਪਿਆ ਜਾਂ ਐਲਰਜੀਜ਼ ਹੁੰਦੀ ਪਈਆਂ ਨੇ। ਸੋ ਬਹੁਤ ਵਧੀਆ ਟੈਸਟ ਹੈ, ਇਹ ਕਰਵਾ ਸਕਦੇ ਹੋ। ਕੋਈ ਵੀ ਕਰਵਾ ਸਕਦਾ ਹੈ, ਬੱਚੇ ਵੀ ਕਰਵਾ ਸਕਦੇ ਆ, ਵੱਡੇ ਵੀ ਕਰਵਾ ਸਕਦੇ, ਕੋਈ ਵੀ ਕਰਾ ਸਕਦਾ ਹੈ। ਇਹ ਟੈਸਟ, ਇੱਕ ਟੈਸਟ ਤੁਸੀਂ ਘਰ ਕਰ ਸਕਦੇ ਹੋ, ਇੱਕ ਟੈਸਟ ਇੱਥੇ ਕਰ ਸਕਦੇ ਹੋ, ਪਰ ਜ਼ਿਆਦਾ ਜਿਹੜੇ ਟੈਸਟ ਨੇ ਜਾਂ ਟ੍ਰੀਟਮੈਂਟ ਨੇ ਉਹ ਮੈਂ ਸੈਮੀਨਾਰ 'ਚ ਜ਼ਰੂਰ ਜਾਣਕਾਰੀ ਦੇਵਾਂਗੀ। ਔਰ ਤਕਲੀਫਾਂ ਨੇ ਉਹ ਸੈਮੀਨਾਰ ਦਾ ਹਿੱਸਾ ਬਣਨਾ ਚਾਹੁੰਦੇ ਤਾਂ ਉਹਨਾਂ ਨੂੰ ਕਹੋ ਰਜਿਸਟ੍ਰੇਸ਼ਨ ਜ਼ਰੂਰ ਕਰ ਲਓ। ਜਿਹੜਾ ਸਕਰੀਨ ਤੇ ਨੰਬਰ ਆਉਂਦਾ ਪਿਆ ਰਜਿਸਟ੍ਰੇਸ਼ਨ ਕਰਾ ਲਓ, ਔਰ ਆਪਣੇ ਜਿਹੜੇ ਪਰਸਨਲ ਇਸ਼ੂਜ਼ ਨੇ ਤੁਹਾਡੇ ਉਹ ਵੀ ਮੈਨੂੰ ਦੱਸ ਦਿਓ। ਤੇ ਅਗਰ ਫੋਨ ਨੰਬਰ ਮੈਂ ਬੋਲਣਾ ਤੁਸੀਂ ਵੀ ਦੱਸ ਦਿਓ ਕਿ 4196990626 ਤੇ ਕਾਲ ਕਰ ਸਕਦੇ ਨੇ। 4196990626 ਜੀ। ਇਹ ਨੰਬਰ ਮੈਂ ਇੱਕ ਹੋਰ ਚੀਜ਼ ਪੁੱਛਣੀ ਸੀ ਕਿ ਕਿਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਜਿਹੜੀ ਤੁਹਾਡੀ ਸੈਮੀਨਾਰ ਹੈਗਾ ਉਹਨੂੰ ਜੁਆਇਨ ਕਰ ਸਕਦੇ ਨੇ, ਮਤਲਬ ਜਿਹੜੇ ਜਿਹਨੇ ਰਜਿਸਟ੍ਰੇਸ਼ਨ ਕਰਵਾਉਣਾ ਚਾਹਣ, ਅਪਾਇੰਟਮੈਂਟ ਲੈਣਾ ਚਾਹਣ, ਤੇ ਕਿਸ ਟਾਈਪ ਦੇ ਲੋਕ ਜਿਹੜੇ ਨੇ ਉਹ ਕਰਵਾ ਸਕਦੇ ਨੇ? ਯਾਨੀ ਕਿ ਜਿਹੜੇ ਵੀ ਸਮਝ ਸਕਦੇ ਨੇ, ਜਿਸ ਤਰ੍ਹਾਂ ਪੰਜਾਬੀ ਲੈਂਗੁਏਜ ਸਮਝ ਸਕਦੇ ਨੇ ਉਹ ਪਾਰਟਿਸਿਪੇਟ ਕਰ ਸਕਦੇ ਨੇ। ਤੇ ਜਿਹੜੇ ਬੱਚੇ ਨੇ 10 ਸਾਲ ਕੋਲੋਂ ਵੱਡੇ ਹੋਣ ਉਹ ਅਟੈਂਡ ਕਰ ਸਕਦੇ ਨੇ, ਬਜ਼ੁਰਗ ਵੀ ਅਟੈਂਡ ਕਰ ਸਕਦੇ ਨੇ, ਤੇ ਲੇਡੀਜ਼ ਜੈਂਟਸ ਕੋਈ ਵੀ ਕਰ ਸਕਦਾ। ਲੇਕਿਨ ਜਿਹੜੇ ਬਿਲਕੁਲ ਹਸਪੀਟਲਾਈਜ਼ ਹੋ ਕੇ ਆਏ ਹੁੰਦੇ, ਜਿਹਨਾਂ ਨੂੰ ਬਹੁਤ ਜ਼ਿਆਦਾ ਹੈਲਥ ਇਸ਼ੂਜ਼ ਹੁੰਦੇ, ਮੈਂ ਕਹਿੰਦੀ ਹਾਂ ਜੇ ਉੱਥੇ ਨਹੀਂ ਜ਼ਿਆਦਾ ਦੇਰ ਬੈਠ ਸਕਦੇ ਉਹ ਨਹੀਂ ਆਣ, ਬਾਕੀ ਸਭ ਕੋਈ ਆ ਸਕਦਾ ਹੈ। ਲੇਕਿਨ ਇਹ ਵੀ ਹੈ ਕਿ ਸੈਮੀਨਾਰ ਵਾਸਤੇ ਜਾਂ ਜੇ ਮੇਰੇ ਕੋਲ ਅਪਾਇੰਟਮੈਂਟ ਲੈਣੀ ਹੈ, ਮੈਂ ਇਹ ਵੀ ਦੱਸਾਂ ਕਿ ਸੈਮੀਨਾਰ ਬਿਲਕੁਲ ਫ੍ਰੀ ਹੈ, ਉਹਦੇ ਕੋਈ ਚਾਰਜ ਨਹੀਂ ਹੈ, ਟੋਟਲੀ ਫ੍ਰੀ। ਤੇ ਜਿਹੜੀ ਮੈਂ ਅਪਾਇੰਟਮੈਂਟ, ਜਿਹੜੀ ਪਹਿਲੀ ਅਪਾਇੰਟਮੈਂਟ ਹੁੰਦੀ ਹੈ 30 ਮਿੰਟਸ ਦੀ ਪਰ ਅਪਾਇੰਟਮੈਂਟ ਹੁੰਦੀ ਹੈ, ਟੈਲੀਫੋਨਿਕ ਅਪਾਇੰਟਮੈਂਟ ਹੋਏਗੀ, ਉਹ ਤੁਸੀਂ ਜਿਹੜੀ ਹੈ ਉਹ ਮੇਰੇ ਕੋਲ ਲੈ ਸਕਦੇ ਹੋ, ਉਹ ਵੀ ਫ੍ਰੀ ਹੋਏਗੀ, ਉਹਦੀ ਕੋਈ ਚਾਰਜ ਨਹੀਂ। ਇਸੇ ਕਰਕੇ ਰੱਖਿਆ ਮੈਂ ਕਿ ਪੰਜਾਬੀ ਰੇਡੀਓ USA ਦਾ ਹਵਾਲਾ ਦੇ ਕੇ ਅਗਰ ਕਹਿਣਗੇ ਕਿ ਅਸੀਂ ਉੱਥੇ ਸੁਣਿਆ ਸੀ ਤੇ ਮੈਂ ਉਹਦੇ ਜਿਹੜੀ ਇੱਕ ਅਪਾਇੰਟਮੈਂਟ ਜਿਹੜੀ ਉਹ ਫ੍ਰੀ ਰੱਖਾਂਗੀ, ਦੇਰ ਇਜ਼ ਨੋ ਚਾਰਜ, ਤਾਂ ਕਿ ਉਹ ਆਪਣੀ ਜਿਹੜੀਆਂ ਹੈਲਥ ਇਸ਼ੂ ਸਾਡੇ ਨਾਲ ਡਿਸਕਸ ਕਰ ਲੈਣ ਤੇ ਮੈਂ ਦੱਸਾਂਗੀ ਕਿ ਉਹਨਾਂ ਨੇ ਕੀ ਟ੍ਰੀਟਮੈਂਟ ਬੈਸਟ ਹੁੰਦਾ ਵਾਸਤੇ ਹੋ ਸਕਦਾ ਹੈ। ਠੀਕ ਹੈ। ਤੇ ਇਹ ਵੇ ਕਿ ਤੁਸੀਂ ਬਹੁਤ ਵਧੀਆ, ਮੈਂ ਕਿ ਉਹ ਜਿਹੜਾ ਟੈਸਟ ਤੁਸੀਂ ਦੱਸਿਆ ਮੇਰੇ ਕੋਲ ਘਰ ਬੈਠਾ ਹਰ ਬੰਦਾ ਹੀ ਜਿਹੜਾ ਇਹ ਕਰ ਸਕਦਾ ਹੈਗਾ। ਦੂਸਰਾ ਇਹ ਕਿ ਜਿੰਨੀ ਕੁ ਆਸਾਨੀ ਤੁਸੀਂ ਲੋਕਾਂ ਵਾਸਤੇ ਕਰ ਰਹੇ ਹੋ, ਜਿੰਨਾ ਕੁ ਭਲਾ ਤੁਸੀਂ ਲੋਕਾਂ ਦੇ ਵਾਸਤੇ ਕਰ ਰਹੇ ਹੋ ਨਾ ਸੈਮੀਨਾਰਸ ਦੇ ਰਾਹੀਂ, ਮੇਰਾ ਖਿਆਲ ਹੈ ਕਿ ਸਾਰੇ ਹੀ ਜਿਹੜੇ ਪੰਜਾਬੀ ਨੇ ਜਿਹਨਾਂ ਮਤਲਬ ਕੋਈ ਨਾ ਕੋਈ ਪ੍ਰੋਬਲਮ ਕਿਸੇ ਨਾ ਕਿਸੇ ਦੇ ਨਾਲ ਇਹ ਚੱਲ ਰਹੀ ਹੈ। ਤੇ ਸਟਮਕ ਪ੍ਰੋਬਲਮ ਮੇਰਾ ਖਿਆਲ ਹੈ ਕਿ ਮੋਸਟਲੀ ਲੋਕਾਂ ਦੇ ਨਾਲ ਇਹੀ ਇੱਕ ਮਸਲਾ ਹੁੰਦਾ ਹੈ, ਜਿਹੜੇ ਕਿ ਕਹਿ ਲਓ ਕਿ ਕਈ ਵਾਰੀ ਇਹ ਹੁੰਦਾ ਹੈ ਕਿ ਤੁਹਾਡੀ ਹਾਰਟ ਦਾ ਇਸ਼ੂ ਵੀ ਜਿਹੜਾ ਹੈ ਇਹਦੇ ਨਾਲ ਰਿਲੇਟਡ ਹੁੰਦਾ ਹੈ। ਕਿ ਮੇਰੀ ਜਾਣਕਾਰੀ ਜੇ ਤੁਸੀਂ ਥੋੜੀ ਜਿਹੀ ਵਾਧਾ ਕਰੋ ਕਿ ਇਹਦੇ ਨਾਲ ਕੋਈ ਹੈ ਵੇ ਰਿਲੇਟਡ ਦਿਲ ਦਾ ਕੋਈ ਇਸ਼ੂ ਹੁੰਦਾ ਹੈ? ਬਿਲਕੁਲ, ਮੈਂ ਇਹ ਦੇਖਿਆ ਕਿ ਦੇਖੋ ਜਿਹੜੀ ਫੂਡ ਐਲਰਜੀਜ਼ ਹੁੰਦੀਆਂ ਨਾ, ਜਾਂ ਫੂਡ ਐਲਰਜੀਜ਼ ਹੋ ਜਾਂਦੀ, ਕਿਸੇ ਕੋਈ ਐਲਰਜੀ ਹੈ ਮਤਲਬ ਕੋਈ ਬਾਹਰਲੀ ਚੀਜ਼ ਤੁਹਾਡੇ ਅੰਦਰ ਆਂਦੀ ਪਈ ਹੈ ਤੇ ਜੇ ਤੁਹਾਡੀ ਬਾਡੀ ਨੂੰ ਪਸੰਦ ਨਹੀਂ ਹੈ ਤਾਂ ਉਹ ਕੀ ਹੁੰਦਾ, ਸਾਡੀ ਬਾਡੀ ਫਾਈਟ ਕਰਨਾ ਸ਼ੁਰੂ ਕਰ ਦਿੰਦੀ ਹੈ, ਮਤਲਬ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਇਸ ਕੋਸ਼ਿਸ਼ ਵਿੱਚ ਕੀ ਹੁੰਦਾ ਕਿ ਸਾਡੇ ਅੰਦਰ ਸੋਜ ਜ਼ਿਆਦਾ ਬਣ ਜਾਂਦੀ ਹੈ। ਤਾਂ ਹੀ ਜਿਹੜੇ ਫੂਡ ਐਲਰਜੀਜ਼ ਵੀ ਜਿਹਨਾਂ ਨੂੰ ਹੁੰਦੀ ਹੈ ਉਹਨਾਂ ਦੇ ਅੰਦਰ ਸੋਜ ਹੁੰਦੀ ਹੈ, ਲੀਵਰ ਦੇ ਉੱਤੇ ਸੋਜ ਹੋ ਸਕਦੀ ਹੈ, ਤੁਹਾਡੇ ਸਟੋਮਕ 'ਚ ਸੋਜ ਹੋ ਸਕਦੀ ਹੈ, ਕਈਆਂ ਦੀ ਅੰਤੜੀਆਂ 'ਚ ਹੁੰਦੀ ਹੈ, ਕਈਆਂ ਦੀ ਖੂਨ ਦੀ ਨਾੜੀਆਂ 'ਚ ਸੋਜ ਹੋ ਜਾਂਦੀ ਹੈ, ਕਈਆਂ ਨੂੰ ਹਾਰਟ ਦੇ ਆਸੇ-ਪਾਸੇ ਸੋਜ ਹੋ ਜਾਂਦੀ ਹੈ, ਕਈਆਂ ਨੂੰ ਬ੍ਰੇਨ 'ਚ ਸੋਜ ਹੋ ਜਾਂਦੀ ਹੈ। ਔਰ ਮੈਂ ਕਈ ਜੇ ਸਾਡੇ ਅੰਦਰ ਹੱਡੀਆਂ ਜੋੜਾਂ 'ਚ ਸੋਜ ਤੇ ਹੁੰਦੀ ਹੈ, ਪਰ ਇੱਕ ਮੈਂ ਦੇਖਿਆ ਕਿ ਜਿਹੜੇ ਇਗਨੋਰ ਕਰਦੇ ਨੇ ਉਹ ਹੈ ਵੈਰੀਕੋਸ ਵੇਨਸ, ਜਿਹੜੀਆਂ ਨੀਲੀਆਂ ਲੱਤਾਂ 'ਚ ਨੀਲੀਆਂ ਨਾੜੀਆਂ ਦਿਖਾਈ ਦਿੰਦੀਆਂ ਨੇ, ਜਾਂ ਬਰੀਕ ਪਰਪਲ ਕਲਰ ਦੀਆਂ ਹੁੰਦੀਆਂ ਨੇ ਨਾੜੀਆਂ, ਉਹ ਦਿਖਾਈ ਦਿੰਦੀਆਂ ਨੇ। ਤੇ ਇਹਦਾ ਮਤਲਬ ਕਿ ਉਹ ਮੇਰੇ ਕੋਈ ਚੀਜ਼ ਐਲਰਜੀਜ਼ ਹੁੰਦੀ ਪਈ ਹੈ ਤੇ ਖੂਨ ਸਾਡਾ ਜਿਹੜਾ ਪ੍ਰੋਪਰ ਦੌਰਾ ਨਹੀਂ ਕਰਦਾ ਪਿਆ ਤੇ ਉੱਥੇ ਕੋਈ ਨਾ ਕੋਈ ਟਾਕਸਿਨਸ ਵਗੈਰਾ ਜਮਾ ਹੁੰਦੇ ਪਏ ਨੇ। ਸੋ ਅਗਰ ਕਿਸੇ ਨੂੰ ਵੈਰੀਕੋਸ ਵੇਨਸ ਵੀ ਹੈ ਨੇ, ਇਹ ਵੀ ਇੱਕ ਇੰਡੀਕੇਸ਼ਨ ਹੈ, ਇਹ ਵੀ ਟੈਸਟ ਵੀ ਸੋਚ ਲਓ ਕਿ ਇਹ ਵੀ ਹੈ ਕਿ ਮੇਰੇ ਅੰਦਰ ਜਿਹੜਾ ਹੈ ਐਸਿਡ ਦਾ ਕੰਟੈਂਟ ਜ਼ਿਆਦਾ ਹੈ, ਮੈਨੂੰ ਫੂਡ ਦੀਆਂ ਐਲਰਜੀਜ਼ ਹੁੰਦੀ ਪਈਆਂ ਨੇ, ਜਾਂ ਮੇਰੇ ਅੰਦਰ ਜਿਹੜੀ ਹੈ ਇਹ ਹਾਰਟ ਦੀ ਕੋਈ ਨਾ ਕੋਈ ਤਕਲੀਫ ਬਣਦੀ ਪਈ ਹੈ। ਸੋ ਇਹ ਸਾਰੀਆਂ ਇੰਡੀਕੇਸ਼ਨ ਦਿੰਦੀਆਂ ਨੇ ਕਿ ਸਾਨੂੰ ਆਪਣੇ ਆਪ ਨੂੰ ਬਦਲਣੇ ਦੀ ਜ਼ਰੂਰਤ ਹੈ, ਆਪਣੀ ਖੁਰਾਕ ਬਦਲਣੇ ਦੀ ਜ਼ਰੂਰਤ ਹੈ, ਕੁਛ ਆਪਣੀਆਂ ਆਦਤਾਂ ਵੀ ਬਦਲਣ ਦੀ ਜ਼ਰੂਰਤ ਹੈ, ਤੇ ਲਾਈਫ ਸਟਾਈਲ ਬਦਲਣ ਦੀ ਜ਼ਰੂਰਤ ਹੈ। ਬਦਲਣ ਦੀ ਜ਼ਰੂਰਤ ਹੈ।
ਇੱਕ ਸਵਾਲ ਪੂਰਾ ਹੋਰ ਮੇਰੇ ਦਿਮਾਗ 'ਚ ਆ ਰਿਹਾ ਹੈਗਾ ਕਿ ਇੱਕ ਨਵੀਂ ਟਰਮ ਜਿਹੜੀ ਉਹ ਸੁਣਨ 'ਚ ਲੱਭ ਰਹੀ ਹੈ ਬਿਮਾਰੀ ਦੀ, ਕਿ ਜੀ ਬੋਡੀ ਇਨਫਲੇਮੇਸ਼ਨ ਹੋ ਗਈ। ਹਾਂਜੀ। ਇਹਦੀ ਕੀ ਰੀਜ਼ਨ ਆ? ਹਾਂ, ਜਿਹੜੀ ਬੋਡੀ ਦੀ ਇਨਫਲੇਮੇਸ਼ਨ ਹੈ, ਸੋਜ ਕਹਿੰਦੇ ਆ, ਅਸੀਂ ਪੰਜਾਬੀ 'ਚ ਉਹਨੂੰ ਕਹਿੰਦੇ ਸੋਜ ਹੈ। ਤੇ ਇਹ ਜਿਹੜੀ ਇਨਫਲੇਮੇਸ਼ਨ ਹੈ, ਤੇ ਇਹਦਾ ਮਤਲਬ ਹੀ ਹੈ ਕਿ ਤੁਹਾਡੀ ਬੋਡੀ ਇੱਕ ਇੰਡੀਕੇਸ਼ਨ ਦੱਸਦੀ ਪਈ ਮੇਰੇ ਨਾਲ ਕੁਝ ਗਲਤ ਹੁੰਦਾ ਪਿਆ। ਉਹ ਸਾਡੀ ਅੰਦਰ ਬਾਹਰਲੀਆਂ ਚੀਜ਼ਾਂ ਜਿਹੜੀਆਂ ਆ ਕੇ ਸਾਨੂੰ ਕੋਈ ਨਾ ਕੋਈ ਨੁਕਸਾਨ ਕਰਦੀ ਪਈਆਂ ਨੇ। ਇਹਦਾ ਤਾਲੁਕ ਵੀ ਸਾਡੇ ਖਾਣ ਪੀਣ ਨਾਲ ਹੀ ਆ? ਇਹਦਾ ਡਾਇਰੈਕਟ, ਹਾਂ, ਖਾਣ ਪੀਣ ਨਾਲ ਹੈ ਹੀ ਹੈ। ਸੋਜ ਇੱਕ ਇੰਪੋਰਟੈਂਟ ਹੀ ਆਰਗਨ ਹੈ, ਮਤਲਬ ਇੱਕ ਇੰਡੀਕੇਸ਼ਨ ਸਿੰਪਟਮ ਕਵਾਂਗੇ ਕਿ ਦੱਸਦੇ ਪਏ ਕਿ ਮੇਰਾ ਗਲਤ ਹੁੰਦਾ ਪਿਆ। ਇੱਕ ਹੋਰ ਵੀ ਮੈਂ ਦੱਸਾਂਗੀ ਕਿ ਜਿਸਲੇ ਇਹ ਇਨਫਲੇਮੇਸ਼ਨ ਹੁੰਦੀ ਹੈ, ਕਿ ਸਾਡੀ ਜੀਭ ਜਿਹੜੀ ਹੈ ਉਹ ਸੁੱਜ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਮੇਰੀ ਜੀਭ ਸੁੱਜਦੀ ਵੀ ਹੈ ਕਿ ਨਹੀਂ, ਜਾਂ ਕਿਉਂਕਿ ਹੱਥ ਸੁੱਜੇ ਤਾਂ ਪਤਾ ਲੱਗਦਾ, ਉਂਗਲਾਂ ਸੁੱਜਦੇ, ਜਾਂ ਅੰਗੂਠੀਆਂ ਜਿਹੜੀਆਂ ਨੇ ਉਹ ਦਬਦੀਆਂ ਨੇ, ਜਾਂ ਚੂੜੀਆਂ ਟਾਈਟ ਹੁੰਦੀਆਂ ਪਤਾ ਲੱਗ ਜਾਂਦਾ, ਪੈਰਾਂ 'ਚ ਅਸੀਂ ਲੱਗਦਾ ਕਿ ਸੋਜਾ ਹੈ। ਲੇਕਿਨ ਜਿਹੜੀ ਪੂਰੀ ਬੋਡੀ 'ਚ ਸੋਜਾ ਹੁੰਦਾ ਹੈ, ਇੱਕ ਸਿੰਪਲ ਤੁਸੀਂ ਆਪਣੇ ਚੈੱਕਅਪ ਦੇ ਥਰੂ ਪਤਾ ਲੱਗ ਜਾਂਦਾ ਕਿ ਆਪਣੀ ਤੁਸੀਂ ਜੀਭ ਹੀ ਚੈੱਕ ਕਰ ਲਓ। ਜਿਸ ਵੇਲੇ ਤੁਸੀਂ ਆਪਣੀ ਜੀਭ ਦੇਖਦੇ ਹੋ, ਆਪਣੀ ਜੀਭ ਨੂੰ ਬਾਹਰ ਕੱਢ ਕੇ ਦੇਖੋ, ਤੇ ਅਗਰ ਤੇ ਉਹਦੀ ਜੀਭ ਦੇ ਆਸੇ-ਪਾਸੇ ਕਿਨਾਰੇ ਬਣੇ ਹੋਏ ਨੇ, ਇਹਦਾ ਮਤਲਬ ਕਿ ਮੇਰੀ ਜੀਭ ਸੁੱਜਦੀ ਹੈ। ਕਿਉਂਕਿ ਇਹ ਨਹੀਂ ਹੈ ਕਿ ਸੁੱਜਣਾ ਕਿ ਇੰਨੀ ਵੱਡੀ ਹੋ ਜਾਂਦੀ ਹੈ, ਲੇਕਿਨ ਕਿਨਾਰੇ ਬਣਦੇ ਨੇ, ਇਸੇ ਕਰਕੇ ਬਣਦੇ ਨੇ ਕਿ ਜਿਸਲੇ ਜੀਭ ਤੇ ਸਾਡੇ ਦੰਦਾਂ ਦੇ ਵਿੱਚ ਥੋੜਾ ਜਿਹਾ ਗੈਪ ਹੁੰਦਾ ਹੈ, ਕੁਦਰਤੀ ਬਣਾਇਆ ਕਿ ਸਾਡੀ ਜੀਭ ਹੈ ਤੇ ਨਾਲ ਹੀ ਸਾਡੇ ਦੰਦ ਅਟੈਚ ਨੇ, ਨਾਲ ਹੀ ਦੰਦ ਨੇ, ਗੈਪ ਹੁੰਦਾ। ਲੇਕਿਨ ਜਿਸਲੇ ਤੁਹਾਡੀ ਜੀਭ ਸੁੱਜ ਜਾਂਦੀ ਹੈ ਤੇ ਉਹਦਾ ਸਾਈਜ਼ ਵੱਡਾ ਹੋ ਜਾਂਦਾ ਤੇ ਦੰਦਾਂ ਦੇ ਨਿਸ਼ਾਨ ਜੀਭ ਤੇ ਆ ਜਾਂਦੇ ਨੇ। ਓਕੇ, ਠੀਕ ਹੈ। ਕਰਕੇ ਜੀਭ ਦੇ ਸਾਈਡਾਂ ਤੇ ਕਿਨਾਰੇ ਬਣਦੇ ਨੇ। ਤੁਸੀਂ ਸ਼ੀਸ਼ੇ ਦੇ ਸਾਹਮਣੇ ਆਪਣੀ ਜੀਭ ਖੋਲ ਕੇ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਜੀਭ 'ਚ ਕਿਨਾਰੇ ਤੇ ਨਹੀਂ ਬਣੇ ਦੇ ਹੈ ਨੇ। ਤੇ ਕਈਆਂ ਦੇ ਜੀਭ ਜਿਹੜੀ ਚਿੱਟਾ ਚਿੱਟਾ ਜੰਮਿਆ ਹੁੰਦਾ ਹੈ, ਠੀਕ ਹੈ। ਜਾਂ ਕਈਆਂ ਦੇ ਜੀਭ ਦੇ ਉੱਤੇ ਕੱਟ ਲੱਗੇ ਹੁੰਦੇ ਨੇ। ਸਭ ਇੰਡੀਕੇਸ਼ਨ ਦਿੰਦੇ ਆ ਕਿ ਮੇਰੇ ਅੰਦਰ ਸੋਜਾ ਬਣਦਾ ਪਿਆ ਹੈ, ਫੂਡ ਦੀਆਂ ਕੁਝ ਐਲਰਜੀਜ਼ ਹੁੰਦੀ ਪਈਆਂ ਨੇ, ਜਾਂ ਮੇਰੇ ਅੰਦਰ ਇਨਫੈਕਸ਼ਨ ਹੁੰਦੀ ਪਈ ਹੈ ਅਗਰ ਚਿੱਟਾ ਜੰਮਦਾ ਤੇ। ਸੋ ਸਿੰਪਲ ਟੈਸਟ ਨੇ, ਤੁਸੀਂ ਘਰ ਵੀ ਕਰ ਸਕਦੇ। ਸਾਰੇ ਮੇਰਾ ਖਿਆਲ ਹੈ ਕਿ ਹਰ ਬੰਦਾ ਘਰ ਦੇ ਵਿੱਚ ਰਹਿ ਕੇ ਕਰ ਸਕਦਾ ਹੈਗਾ। ਇਹ ਇੰਨੀ ਵਧੀਆ ਜਾਣਕਾਰੀ ਜੇ ਸਾਨੂੰ ਇੰਨੇ ਸ਼ਾਰਟ ਟਾਈਮ ਦੇ ਵਿੱਚ ਸਾਨੂੰ ਜੇ ਲੱਭ ਗਈ ਹੈ, ਤੇ ਮੇਰਾ ਖਿਆਲ ਹੈ ਕਿ ਹਰ ਕਿਸੇ ਨੂੰ ਇਹ ਜਿਹੜਾ ਸੈਮੀਨਾਰ ਜਿਹੜਾ ਇਹ ਜ਼ਰੂਰ ਜੁਆਇਨ ਕਰਨਾ ਚਾਹੀਦਾ ਹੈਗਾ। ਤੇ ਨਿਸ਼ਾ ਜੀ, ਤੁਹਾਡੇ ਨਾਲ ਬਹੁਤ ਸੋਹਣੀ ਗੱਲਬਾਤ ਹੋਈ ਤੇ ਬਹੁਤ ਸਾਰੀ ਜਾਣਕਾਰੀ, ਮੇਰਾ ਖਿਆਲ ਹੈ ਕਿ ਮੈਂ ਆਪ ਹੀ ਬਹੁਤ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਕੋਲ ਕਹਿ ਲਓ ਲੈ ਲਈ ਹੈਗੀ ਹੈ, ਤੇ ਜਿਹੜੇ ਸਾਡੇ ਸਰੋਤੇ ਨੇ ਯਕੀਨਨ ਉਹਨਾਂ ਤੱਕ ਵੀ ਬਹੁਤ ਸਾਰੀ ਜਾਣਕਾਰੀ ਪਹੁੰਚੀ ਹੋਏਗੀ। ਤੇ ਅਸੀਂ ਮੇਰਾ ਖਿਆਲ ਹੈ ਕਿ ਹੁਣ ਜਾਣ ਦਾ ਹੀ ਵੇਲਾ ਹੈ, ਤੇ ਮੈਂ ਇੱਕ ਵਾਰੀ ਦੁਬਾਰਾ ਤੁਸੀਂ ਆਪਣੀ ਸੈਮੀਨਾਰ ਦੀ ਜਿਹੜੀ ਡੇਟ ਹੈਗੀ ਉਹ ਵੀ ਰਿਪੀਟ ਕਰ ਦਿਓ, ਦੱਸ ਦਿਓ, ਤੇ ਅਪਾਇੰਟਮੈਂਟ ਵਾਸਤੇ ਨੰਬਰ ਤੇ ਮੈਂ ਵੀ ਦੱਸ ਦਿੰਦੀ ਹਾਂ। ਅਪਾਇੰਟਮੈਂਟ ਤੇ ਸੈਮੀਨਾਰ ਰਜਿਸਟ੍ਰੇਸ਼ਨ ਵਾਸਤੇ 409 699 ਤੇ 0626 ਅੰਗਰੇਜ਼ੀ ਵਿੱਚ ਦੱਸ ਦਿੰਦੀ ਹਾਂ 4196990626 ਹੈ ਨੰਬਰ। ਇਸ ਨੰਬਰ ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਬਾਕੀ ਡਿਟੇਲ ਜਿਹੜੀ ਹੈ ਉਹ ਨਿਸ਼ਾ ਜੀ ਇੱਕ ਵਾਰੀ ਫੇਰ ਰਿਪੀਟ ਕਰ ਦਿੰਦੇ। ਹਾਂਜੀ, ਮੈਂ ਇਹ ਦੱਸਦਾ ਕਿ ਮੇਨ ਹੁੰਦਾ ਕਿ ਸਾਨੂੰ ਜਿਹੜਾ ਕਈ ਵਾਰੀ ਹੁੰਦਾ ਕਿ ਫੋਨ ਨੰਬਰ ਕਈ ਕਹਿੰਦੇ ਲਿਖਿਆ ਨਹੀਂ ਸੀ, ਪੂਰੀ ਤਰ੍ਹਾਂ ਲਿਖਿਆ ਨਹੀਂ ਹੈ। ਅਗਰ ਫੋਨ ਨੰਬਰ ਤੁਹਾਨੂੰ ਨਹੀਂ ਵੀ ਲਿਖਿਆ, ਤੁਸੀਂ ਪੰਜਾਬੀ ਰੇਡੀਓ USA ਤੇ ਫੋਨ ਕਰਕੇ ਤੁਸੀਂ ਪੂਰਾ ਮੇਰੀ ਜਾਣਕਾਰੀ ਲੈ ਸਕਦੇ ਹੋ, ਨੰਬਰ ਵੀ ਲੈ ਸਕਦੇ ਹੋ। ਪਰ ਮੈਂ ਇਹ ਵੀ ਕਹਾਂਗੀ, ਅਗਰ ਤੁਹਾਨੂੰ ਅਪਾਇੰਟਮੈਂਟ ਚਾਹੀਦੀ ਹੈ, ਇਮੀਡੀਏਟ ਅਪਾਇੰਟਮੈਂਟ, ਤੇ ਅੱਧੇ ਘੰਟੇ ਦੀ ਅਪਾਇੰਟਮੈਂਟ ਮੈਂ ਫ੍ਰੀ ਦਿਆਂਗੀ, ਕੋਈ ਉਹਦੇ ਚਾਰजेस ਨਹੀਂ ਹੈ ਨੇ। ਤੁਸੀਂ ਸਿਰਫ ਫੋਨ ਕਰਕੇ, ਜਾਂ ਫੋਨ ਨੰਬਰ ਹੈ 4196990626 419 699 0626। ਮੈਂ ਦੇਖਿਆ ਬਲਵਿੰਦਰ ਬਹੁਤ ਸੋਹਣਾ ਮੇਰਾ ਨੰਬਰ ਬੋਲਦੇ ਨੇ, ਉਹ ਕੋਈ ਵੀ ਉੱਤੇ ਫੰਬਲਿੰਗ ਨਹੀਂ ਹੁੰਦੀ ਉਹਨਾਂ ਦੀ, ਕਿਉਂਕਿ ਰੱਖਿਆ ਹੁੰਦਾ ਮੈਂ ਮੋਸਟਲੀ 99 ਤੇ ਅੜ ਜਾਂਦੀ ਹੁੰਦੀ ਆ। ਮੇਰੀ ਕਈ ਵਾਰੀ ਉਹਨਾਂ ਨੇ ਮੇਰੀ ਕਰੈਕਸ਼ਨ ਕੀਤੀ ਹੈ 99 ਤੇ। ਬਹੁਤ ਸੋਹਣਾ ਬੋਲਦੇ ਨੇ। ਉਹ ਮੈਂ ਜੇ ਦੱਸੇ ਨਾ, ਉਹ ਇੱਕਦਮ ਹਿੰਦੀ ਚ ਬੋਲਦੇ, ਮੈਂ ਹਿੰਦੀ ਚ ਮੇਰੇ ਕਈ ਵਾਰੀ ਹੋ ਜਾਂਦੇ ਆ। ਕਹਿੰਦੇ 419 699 0626 ਤੇ 419 699 0626 ਤੇ ਇੰਗਲਿਸ਼ ਆ 419699 0626। ਇਹ ਜਿਹੜਾ 0626 ਹੈ ਨਾ, ਇਹ ਬਿਲਕੁਲ ਕੋਲ ਸਿੱਖਿਆ ਮੈਂ ਕਿ ਇਦਾਂ ਬੋਲੋ ਤੇ ਈਜ਼ੀਲੀ ਸਮਝ ਆ ਜਾਂਦਾ ਹੈ। ਸੋ ਸ਼ੀ ਇਜ਼ ਗੁੱਡ ਇਨ ਦੈਟ ਵੇ। ਤੇ ਪਰ ਇਹ ਹੈ ਕਿ ਜੇ ਪੰਜਾਬੀ ਰੇਡੀਓ USA ਦਾ ਹਵਾਲਾ ਦਿਓਗੇ ਤੇ ਮੇਰੀ ਜਿਹੜੀ ਅਪਾਇੰਟਮੈਂਟ ਹੈ ਉਹ ਤੁਸੀਂ ਕਾਲ ਕਰਕੇ ਲੈ ਸਕਦੇ ਹੋ, ਕਿ ਮੈਂ ਅਪਾਇੰਟਮੈਂਟ ਚਾਹੀਦੀ ਹੈ। ਜਿਹੜੇ ਵੀ ਤੁਹਾਡੇ ਪਰਸਨਲ ਇਸ਼ੂਜ਼ ਨੇ ਉਹ ਮੈਂ ਜ਼ਰੂਰ ਐਡਰੈਸ ਕਰਕੇ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਹੱਲ ਜ਼ਰੂਰ ਦਿਆਂਗੀ, ਔਰ ਵਧੀਆ ਦਿਆਂਗੀ। ਔਰ ਜਿਹੜੀ ਸੈਮੀਨਾਰ ਹੈ
ਫਸਟ ਵੀਕ ਆਫ ਮਾਰਚ 'ਚ ਸੈਮੀਨਾਰ ਹੁੰਦਾ ਪਿਆ ਤੇ ਉਹ ਅਗਰ ਤੁਸੀਂ ਆਪਣਾ ਨਾਂ ਰਜਿਸਟਰ ਕਰਾਉਣਾ ਚਾਹੁੰਦੇ ਹੋ, ਉੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਇਨ ਪਰਸਨ, ਤੇ ਇਹ ਨੰਬਰ ਸੇਮ ਹੀ ਰੱਖਿਆ, ਤੁਸੀਂ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਸੀਟ ਪਹਿਲੇ ਬੁੱਕ ਕਰਾ ਲਿਓ ਤਾਂ ਕਿ ਤੁਹਾਨੂੰ ਟਾਈਮ ਸਿਰ ਜਿਹੜਾ ਤੁਹਾਡੇ ਹੈਲਥ ਇਸ਼ੂ ਜਿਹੜੇ ਨੇ ਉਹ ਸਾਡੇ ਤੱਕ ਪਹੁੰਚ ਜਾਣ ਤੇ ਕੋਸ਼ਿਸ਼ ਕਰਾਂਗੇ ਬੈਸਟ ਉਹਨਾਂ ਦੇ ਸੋਲੂਸ਼ਨ ਮਿਲ ਜਾਣ ਤੁਹਾਨੂੰ। ਅੱਛਾ, ਜਿਹੜੇ ਸਾਡੇ ਸਰੋਤੇ ਨੇ ਸੈਮੀਨਾਰ ਤੋਂ ਅੱਡ ਵੀ ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ ਤੇ ਇਸੇ ਨੰਬਰ ਤੇ ਕਰ ਸਕਦੇ ਨੇ? ਇਸੇ ਨੰਬਰ ਤੇ ਉਹ ਰਾਬਤਾ ਕਰ ਸਕਦੇ ਨੇ, ਟੈਲੀਫੋਨਿਕ ਅਪਾਇੰਟਮੈਂਟ ਕਰ ਸਕਦੇ ਨੇ। ਤੇ ਜਿੱਦਾਂ ਮੈਂ ਪਹਿਲੇ ਵੀ ਮੈਂਸ਼ਨ ਕੀਤਾ, ਹੁਣ ਅਸੀਂ ਸੈਕਰਾਮੈਂਟੋ ਪਹੁੰਚ ਗਏ ਹਾਂ ਤੇ ਸੈਕਰਾਮੈਂਟੋ ਵਿੱਚ ਸਾਡਾ ਆਫਿਸ ਬਹੁਤ ਛੇਤੀ ਖੁੱਲ੍ਹਣਾ, ਪਰ ਹਾਂ ਮੈਂ ਪੇਸ਼ੈਂਟ ਉੱਥੇ ਵੀ ਲੈਂਦੀ ਪਈ ਹਾਂ, ਉਹ ਵੀ ਆ ਕੇ ਮੇਰੇ ਨਾਲ ਮਿਲ ਸਕਦੇ ਨੇ। ਸੈਕਰਾਮੈਂਟੋ ਜਾਂ ਸਟਾਕਟਨ ਜਾਂ ਨੇੜੇ ਜੋ ਵੀ ਹੈ ਜੀ ਡਰਾਈਵ ਕਰਕੇ ਉੱਥੇ ਪਹੁੰਚ ਸਕਦੇ ਨੇ, ਮੈਨੂੰ ਪਰਸਨਲੀ ਮਿਲ ਸਕਦੇ ਨੇ ਸੈਕਰਾਮੈਂਟੋ ਦੇ ਅੰਦਰ। ਤੇ ਜਿਹੜਾ ਸੈਮੀਨਾਰ ਹੋਏਗਾ ਉਹਦੀ ਲੋਕੇਸ਼ਨ ਡੇਟਸ ਬੜੀ ਜਲਦੀ ਤੁਹਾਨੂੰ ਦੱਸਾਂਗੇ, ਪਰ ਹਾਂ ਅਗਰ ਦੋਨੋਂ ਅਪਾਇੰਟਮੈਂਟ ਚਾਹੀਦੀ ਹੈ ਜਾਂ ਰਜਿਸਟਰ ਕਰਾਣੀ ਹੈ ਸੈਮੀਨਾਰ ਲਈ ਤਾਂ ਤੁਸੀਂ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਠੀਕ ਹੈ ਜੀ, ਤੇ ਥੈਂਕ ਯੂ ਸੋ ਮਚ ਡਾਕਟਰ ਨਿਸ਼ਾ ਜੀ, ਤੁਸੀਂ ਬਹੁਤ ਸਾਰੀ ਜਾਣਕਾਰੀ ਜਿਹੜੀ ਸਾਡੇ ਸਰੋਤਾ ਸਾਂਝੀ ਕੀਤੀ ਤੇ ਬਹੁਤ ਸਾਰੀ ਇਦਾਂ ਦੀਆਂ ਜਿਹੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਪਤਾ ਲੱਗਿਆ ਕਿ ਵੀ ਘਰ ਦੇ ਵਿੱਚ ਵੀ ਤੁਸੀਂ ਬਹੁਤ ਛੋਟੇ-ਛੋਟੇ ਜਿਹੜੇ ਟੈਸਟ ਨੇ ਉਹ ਤੁਸੀਂ ਘਰ 'ਚ ਹੀ ਕਰ ਸਕਦੇ ਹੈਗੇ ਹੋ, ਤੇ ਇਹ ਮਤਲਬ ਕਰਕੇ ਤੇ ਐਟਲੀਸਟ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਸਾਡੀ ਬਾਡੀ ਦੇ ਵਿੱਚ ਕੀ ਚੇਂਜਸ ਹੋ ਰਹੇ ਨੇ ਤੇ ਕੀ ਸਾਨੂੰ ਉਹਦੇ ਵਿੱਚ ਚੇਂਜਸ ਕਰਨ ਦੀ ਲੋੜ ਹੈਗੀ ਹੈ। ਬਾਕੀ ਜਿਹੜੀ ਡਿਟੇਲ ਜਾਣਕਾਰੀ ਉਹ ਤੁਸੀਂ ਸੈਮੀਨਾਰ ਜੁਆਇਨ ਕਰਕੇ ਤੁਸੀਂ ਯਕੀਨਨ ਉਹ ਤੋਂ ਬਹੁਤ ਸਾਰੀ ਇਨਫੋਰਮੇਸ਼ਨ ਕਲੈਕਟ ਕਰ ਸਕਦੇ। ਇਸ ਤੋਂ ਇਲਾਵਾ ਜਿਹੜਾ ਇੱਕ ਵਾਰੀ ਮੇਰਾ ਨੰਬਰ ਜਿਹੜਾ ਉਹ ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਜਾਂਦੇ 419 699 0626। ਲੋ ਜੀ, ਹੁਣ ਮੈਂ ਵੀ ਬੋਲ ਦਿੱਤਾ ਹੈਗਾ ਤੇ ਹੁਣ ਸਾਨੂੰ ਇਜਾਜ਼ਤ ਲੈਣ ਦੀ ਲੋੜ ਹੈਗੀ ਹੈ। ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਟਾਈਮ ਦਿੱਤਾ, ਤੁਸੀਂ ਆਪਣਾ ਵੇਲਾ ਜਿਹੜਾ ਬਹੁਤ ਕੀਮਤੀ ਜਿਹੜਾ ਟਾਈਮ ਜਿਹੜਾ ਉਹ ਕੱਢ ਕੇ ਸਾਡੇ ਤੱਕ ਸਾਡੇ ਨਾਲ ਰਾਬਤਾ ਕੀਤਾ, ਸਾਡੇ ਨਾਲ ਗੱਲਬਾਤ ਕੀਤੀ, ਤੇ ਥੈਂਕ ਯੂ ਸੋ ਮਚ ਡਾਕਟਰ ਨਿਸ਼ਾ ਜੀ। ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਹਿੰਦੇ ਸਾਰੇ ਹੱਸਦੇ ਰਹੋ, ਵਸਦੇ ਰਹੋ, 2025 ਸਾਰਿਆਂ ਲਈ ਹੈਲਥ ਵਾਸਤੇ ਮਿਲੇ, ਸਾਰਿਆਂ ਦੀ ਸਿਹਤ ਵਧੀਆ ਰਵੇ, 1 ਸਾਲ ਵਧੀਆ ਆਪਣੀ ਸਿਹਤ ਦਿਓ, ਸਾਰੀ ਉਮਰ ਤੁਸੀਂ ਯਾਦ ਰੱਖੋਗੇ ਕੋਈ ਬਿਮਾਰੀ ਤੁਹਾਡੇ ਨੇੜੇ ਨਹੀਂ ਆ ਸਕਦੀ, ਨਾ ਕੋਈ ਕੈਂਸਰ, ਨਾ ਕੋਈ ਹਾਰਟ ਅਟੈਕ। ਆਪਣੀ ਸਿਹਤ ਨੂੰ ਜਿਹੜੀ ਰੋਜ਼ ਦੀ ਰੋਜ਼ ਤੁਸੀਂ ਆਪਣੀ ਵਧੀਆ ਬਣਾਉਣੀ ਹੈ। ਸੋ ਇਹ ਸਿੰਪਲ ਤਰੀਕੇ ਨੇ ਤੇ ਜ਼ਰੂਰ ਤੁਹਾਡਾ ਫਿਰ ਵੀ ਜੁੜੇ ਰਵਾਂਗੇ। ਸਭ ਨੂੰ ਕਹਿੰਦੇ ਨੇ ਹੈਲਥ ਹੈਪੀ ਲਾਈਫ ਵਾਸਤੇ ਹੈਲਦੀ ਲਾਈਫ। ਥੈਂਕ ਯੂ ਸੋ ਮਚ, ਥੈਂਕ ਯੂ ਡਾਕਟਰ